पुस्तक दर्दमंदा दियां आही दी कहानी है इश्तिहारी। लेखक अहमद सलीम। ये मैनू बैठिया बैठिया की हो गया है? मेरा कद क्यों निक्का पिया हुंदा है ते मैं सुंगड़दा क्यों वहिंदा? पिछले महीने मैं अपनी 26वीं वरेगंढ मनाई। आके मैं एक निक्का जिहा छोर लगन लग पिया वां ते मेरा कमरा, मेरियां किताबां वाली मेज़, कार्नस ते बुद्ध दा मुजस्मा ते भगत सिंह दी फोटो, ये सारा कुछ तूं तूं क्यों हो गया? ये की हो गया? मैं किसी जंगल च पिया भटकना? थोड़ा चिर पहलों ते मैं अपने कमरे च बैठा हीर पिया पढ़दा हास ते हुण मेरा कमरा जंगल कीकन बन गया। मैं कित्थे आं अल्लाह जी, मैं कित्थे आं? ते हुण बुढ़ा ते ओह बुढ़ा कौन लगा आउंदा है? शक्लों ते बड़ा साऊ लगदा है। ये कोई बच्चे चावण वाला पठान है या कोई फलसफे? छोरा तू कौन है? इत्थे की पिया करेंदा है? मैं की दसां बाबा, की आखे सी? ये किहो जिहा छोर है? मेरा कमरा, मेरे 26 वरे कित्थे खड़ाच गए ने ते कित्थे खुर गए हैं? मैं की दसां? बाबा नेड़े आके मेरे मोढियां ते हत्थ रख देंदा है। तैनू राह नहीं पिया लभदा जापदा? मैं वत चुप रहना। राह ते चूंडण जिन्ना टिकाणे ते पहुंचना होवे, मैनू तां बैठिया सुत्तियां मुसीबत बन गई है। भला किहड़े राह मेरे कमरे नू वहिंदा है, मेरी जवानी नू वहिंदा है? बोल कुछ पुत्तर, की खड़ाता है तेरा? मेरे 26 वरे खड़ाच गए ने बाबा जी। अखीर मैं आखना मेरा मूँह मुहांदरा अपने प्यो उत्ते पिया है, पर मेरे वरे दादे दे वरियां ते गए हैं। लम्मी सारी हूं करके बाबा मेरी ਉਂਗਲ ਫੜ ਕੇ ਟੁਰਨ ਲੱਗ ਪਾਉਂਦਾ ਹੈ। ਟੁਰਦਿਆਂ ਅਸੀਂ ਹਿੱਕੀ ਸ਼ਹਿਰ ਪੜ੍ਹਨੇ ਆ। ਇਹ ਕੀ? ਇਹ ਤੇ ਮੇਰਾ ਹੀ ਸ਼ਹਿਰ ਏ। ਇਹਦੀਆਂ ਕੰਧਾਂ ਵੱਡੇ ਇਸ਼ਤਿਹਾਰਾਂ ਨਾਲ ਕਾਲੀਆਂ ਹੋਈਆਂ ਪਈਆਂ। ਇਸ਼ਤਿਹਾਰ ਵੇਖਦੇ ਹੀ ਬਾਬਾ ਗਲੀਆਂ ਵਿੱਚ ਹੋ ਵਹਿੰਦਾ ਏ, ਆਖੇਂਦਾ ਏ, ਇਹ ਇਸ਼ਤਿਹਾਰ ਵੇਖੋ ਨੀ ਛੋਰਾ, ਇਹ ਮੈਨੂੰ ਫੰਦਨ ਆਸਤੇ ਲਾਏ ਹੋਏ ਨੀ। ਸਰਕਾਰ ਮੈਨੂੰ ਸੂਲੀ ਤੇ ਟੰਗਣਾ ਚਾਹੁੰਦੀ ਏ। ਜੇ ਇੰਜ ਫਿਰਦਿਆਂ ਕਿਸੇ ਵੇਖ ਲਿਆ ਤੁਹਾਨੂੰ ਵੱਤ ਕੀ ਹੋਸੀ? ਮੇਰਾ ਮੂੰਹ ਮੁਹਾਂਦਰਾ ਸਗਵਾਂ ਇਹਨਾਂ ਇਸ਼ਤਿਹਾਰਾਂ ਤੇ ਪਿਆ ਏ, ਪਰ ਵਰੇ ਇਹਨਾਂ ਇਸ਼ਤਿਹਾਰਾਂ ਦੇ ਲਫ਼ਜ਼ਾਂ ਜੇ ਨਹੀਂ। ਸਰਕਾਰ ਮੈਨੂੰ ਇਸ ਤੋਂ ਪਹਿਲਾਂ 26 ਵਾਰੀ ਸੂਲੀ ਤੇ ਟੰਗ ਬੈਠੀ ਏ, ਪਰ ਮੇਰੇ ਵਰੇ ਵੱਤ ਆ ਕੇ ਖੁਰੇ ਹੋਏ ਪਿੰਡ ਨੂੰ ਜੋੜ ਜਾੜ ਬਸਤੀਆਂ 'ਚ ਪਾਉਣ ਲੱਗ ਪੈਂਦੇ ਨੇ। ਬਾਬੇ ਦੇ ਮੂੰਹ ਤੋਂ ਇੱਕ ਸਕਿੰਟ ਵਾਸਤੇ ਮੈਨੂੰ ਆਪਣੇ ਦਾਦੇ ਦੇ ਮੂੰਹ ਦਾ ਝੋਲਾ ਪਿਆ। ਮੈਂ ਆਖਿਆ, ਤੁਹਾਡੀ ਸ਼ਕਲ ਮੇਰੇ ਦਾਦੇ ਨਾਲ ਬੜੀ ਰਲਦੀ ਏ। ਤੇਰਾ ਦਾਦਾ ਕੌਣ ਏ? ਉਹਦਾ ਨਾਂ ਲੈਣਾ ਵੀ ਉਸ ਵੇਲੇ ਦੀ ਸਰਕਾਰ ਕੋਲ ਜੁਰਮ ਹੁੰਦਾ ਹੈ। ਉਹਨੂੰ ਵੀ ਸੂਲੀ ਤੇ ਟੰਗਿਆ ਗਿਆ। ਸੂਲੀ ਤੇ ਟੰਗਿਆ ਗਿਆ? ਕਿਉਂ? ਕਿਹੜੇ ਗੁਨਾਹ ਕਾਰਨ? ਉਸ ਆਪਣੇ ਇਲਾਕੇ 'ਚੋਂ ਫੌਜ ਵਾਸਤੇ ਬੰਦੇ ਦੇਣ ਤੋਂ ਨਾ ਕਰ ਛੋੜੀ ਆਈ। ਆਂਦਾ, ਸਾਹਿਬਾ ਤੂੰ ਬੰਦਾ ਮੰਗਦਾ ਹੈ, ਮੈਂ ਤਾਂ ਤੈਨੂੰ ਬਾਹਰ ਦਾ ਕੁੱਤਾ ਵੀ ਨਾ ਦੇਸਾਂ। ਇਸ ਨੂੰ ਅੰਗਰੇਜ਼ਾਂ ਸੂਲੀ ਤੇ ਟੰਗ ਦਿੱਤਾ ਤੇ ਅੱਜ ਤੂੰ। ਇੰਨੇ ਚਿਰ ਚਵਾਂ ਪਾਸਿਓਂ ਪੁਲਿਸ ਦੀਆਂ ਸੀਟੀਆਂ ਚੀਕ ਪਈਆਂ। ਬਾਬੇ ਹੱਥ ਛੋੜ ਦਿੱਤਾ ਤੇ ਆਖਣ ਲੱਗਾ, ਅਸਾਂ ਪੁਲਿਸ ਦੇ ਘੇਰੇ 'ਚ ਆ ਗਏ ਹਾਂ, ਤੂੰ ਜਦ ਤੱਕ ਕਿਸੇ ਪਾਸੇ ਨਿਕਲ ਵੰਜ। ਮੈਨੂੰ ਕੁਝ ਸਮਝ ਨਹੀਂ ਲੱਗਦੀ। ਬਾਬਾ ਹਿੱਕੀ ਪਾਸੇ ਧੱਕਾ ਦੇ ਕੇ ਆਪ ਅੱਗੇ ਵੱਧਦਾ ਏ। ਇੱਕਦਮ ਕਈ ਪਾਸਿਓਂ ਬਹੁਤ ਸਾਰੇ ਸਿਪਾਹੀ ਆ ਕੇ ਬਾਬੇ ਨੂੰ ਘੇਰ ਲੈਂਦੇ ਹਨ। ਹੱਥਕੜੀਆਂ ਪਾਈ ਬਾਬਾ ਸਿਰ ਚਾਹ ਕੇ ਟੁਰਿਆ ਵਹਿੰਦਾ ਹੈ। ਮੈਂ ਭੱਜ ਕੇ ਬਾਜ਼ਾਰ ਆਉਂਦਾ। ਜਾਈ ਬਾਬੇ ਨੂੰ ਫੰਦਣ ਲਈ ਇਸ਼ਤਿਹਾਰ ਲੱਗੇ ਹੋਏ ਨੇ ਤੇ ਮੈਂ ਇਸ਼ਤਿਹਾਰ ਪੜ੍ਹਨਾ ਵਾਂ। पंजाब के पुलिस को फिर वारिस शाह की तलाश है। बदनाम जमाना इश्तिहारी शायर वारिस शाह को इससे पहले भी 26 बार फांसी दी जा चुकी है, लेकिन वो मरता ही नहीं। पुलिस फिर उसकी तलाश में है। उसका जुर्म ये है कि वो मुत्तहिदा पंजाब में पैदा हुआ और मरा। पंजाब तकसीम हो चुका है, लेकिन इसका नाम अभी तक तकसीम नहीं हो सका। जब तक इसका नाम तकसीम नहीं हो जाता, इसे बार बार फांसी दी जाती रहेगी। मुजरिम को जिंदा या मुर्दा हालत में पकड़ने वाले को मुंह मांगा इनाम दिया जाएगा। इश्तिहार पढ़दियां मैनू लगदा है शहर दियां कंधां भुरदियां ते खुरदियां वहिंदियां ने ते सारा शहर तूं होण लग पिया। मेरा कद वत वध रिहा है। मेरा पिंड जिहड़ा अपने आप च सुंगड़िया वत खिलरन लग पिया है। ऐ की होया? बाजार चों अपने कमरे 'ਚ कीकन पहुंच गया?
ਭਗਤ ਸਿੰਘ ਦੀ ਫੋਟੋ, ਬੁੱਧ ਦਾ ਮੁਜੱਸਮਾ, ਮੇਰੀ ਕਿਤਾਬਾਂ ਵਾਲੀ ਮੇਜ਼, ਸਾਰਾ ਕੁਝ ਸਗਵੇਂ ਦਾ ਸਗਵਾਂ ਹੈ ਤੇ ਮੇਰੇ ਹੱਥਾਂ 'ਚ ਹੀਰ ਉਂਝ ਦੀ ਉਂਝ ਖੁੱਲੀ ਪਈ ਹੈ। ਸਿਰਫ ਉਸਦੇ ਵਰਕੇ ਸਿੱਜ ਗਏ ਨੇ, ਪਤਾ ਨਹੀਂ ਕਿਕਣ। ਧੰਨਵਾਦ। ਕਹਾਣੀ ਹੈ ਪਰਮੇਸ਼ਰ ਸਿੰਘ, ਲੇਖਕ ਅਹਿਮਦ ਨਦੀਮ ਕਾਸਮੀ। ਅਖਤਰ ਆਪਣੀ ਮਾਂ ਤੋਂ ਅਚਾਨਕ ਇੰਝ ਵਿਛੜ ਗਿਆ ਹੈ ਜਿਵੇਂ ਕਿਸੇ ਭੱਜੇ ਜਾਂਦੇ ਆਦਮੀ ਦੀ ਜੇਬ 'ਚ ਰੁਪਇਆ ਡਿੱਗ ਪਏ। ਹੁਣੇ ਤਾਂ ਇੱਥੇ ਸੀ, ਹੁਣੇ ਗਾਇਬ। ਢੂੰਡ ਭਾਲ ਕੀਤੀ ਗਈ, ਪਰ ਇਸ ਹੱਦ ਤੱਕ ਕਿ ਲੁੱਟੇ ਪੁੱਟੇ ਕਾਫਲੇ ਦੇ ਛੇਕੜਲੇ ਸਿਰੇ ਉੱਤੇ ਇੱਕ ਹੰਗਾਮਾ ਸਾਬਣ ਦੀ ਝੱਗ ਵਾਂਗ ਉੱਠਿਆ ਤੇ ਬਹਿ ਗਿਆ। ਕਿਧਰੇ ਆ ਹੀ ਰਿਹਾ ਹੋਏਗਾ, ਕਿਸੇ ਆਖ ਦਿੱਤਾ, ਹਜ਼ਾਰਾਂ ਦਾ ਕਾਫਲਾ ਹੈ। ਅਖਤਰ ਦੀ ਮਾਂ ਇਸ ਤਸੱਲੀ ਦੀ ਕੰਨੀ ਫੜ ਪਾਕਿਸਤਾਨ ਵੱਲ ਹੌਲੀ ਹੌਲੀ ਟੁਰੀ ਆਈ ਸੀ। ਉਹ ਆ ਹੀ ਰਿਹਾ ਹੋਣਾ ਹੈ, ਉਹ ਸੋਚਦੀ। ਕੋਈ ਤਿੱਤਲੀ ਫੜਨ ਲਈ ਨਿਕਲ ਗਿਆ ਹੋਏਗਾ, ਫਿਰ ਮਾਂ ਨੂੰ ਨਾ ਮਿਲਣ ਤੇ ਰੋਇਆ ਹੋਣਾ ਤੇ ਹੁਣੇ ਕਿਧਰੋਂ ਆ ਜਾਏਗਾ। ਸਮਝਦਾਰ ਹੈ, 5 ਵਰ੍ਹਿਆਂ ਤੋਂ ਤਾਂ ਉੱਪਰ ਹੀ ਹੋ ਚੱਲਿਆ, ਆ ਜਾਏਗਾ। ਉਧਰ ਪਾਕਿਸਤਾਨ 'ਚ ਜ਼ਰਾ ਠਿਕਾਣੇ ਬੈਠਾਂਗੇ ਤੇ ਢੂੰਡ ਲਾਂਗੇ। ਪਰ ਅਖਤਰ ਤਾਂ ਸਰਹੱਦ ਤੋਂ ਕੋਈ 15 ਮੀਲ ਪਿੱਛੇ ਐਵੇਂ ਬਿਨਾਂ ਕਾਰਨ ਹੀ ਏਡੇ ਵੱਡੇ ਕਾਫਲੇ ਨਾਲੋਂ ਨਿਖੜ ਗਿਆ ਸੀ। ਆਪਣੀ ਮਾਂ ਦੇ ਖਿਆਲ 'ਚ ਉਹਨੇ ਤਿੱਤਲੀ ਦਾ ਪਿੱਛਾ ਕੀਤਾ ਜਾਂ ਕਿਸੇ ਖੇਤ 'ਚੋਂ ਗੰਨਾ ਪੁੱਟਣ ਗਿਆ ਤੇ ਪੁੱਟਦਾ ਹੀ ਰਹਿ ਗਿਆ। ਇਸ ਹਾਲਤ 'ਚੋਂ ਰੋਂਦਾ ਕੁਰਲਾਉਂਦਾ ਇੱਕ ਪਾਸੇ ਭੱਜਿਆ ਜਾ ਰਿਹਾ ਸੀ ਤਾਂ ਕੁਝ ਸਿੱਖਾਂ ਨੇ ਉਹਨੂੰ ਘੇਰ ਲਿਆ। ਅਖਤਰ ਤੈਸ਼ 'ਚ ਆ ਕੇ ਉਹਨਾਂ ਨੂੰ ਆਖਣ ਲੱਗਾ, ਮੈਂ ਨਾਰਾਏ ਤਕਬੀਰ ਲਗਾ ਦੇਵਾਂਗਾ, ਤੇ ਇਹ ਆਖ ਉਹ ਸਹਿਮ ਗਿਆ ਸੀ। ਸਾਰੇ ਸਿੱਖ ਬੇਕਾਬੂ ਹੋ ਕੇ ਹੱਸ ਪਏ, ਬਗੈਰ ਇੱਕ ਜਣੇ ਦੇ, ਜਿਹਦਾ ਨਾਂ ਪਰਮੇਸ਼ਰ ਸਿੰਘ ਸੀ। ਢਿੱਲੀ ਪਗੜੀ 'ਚ ਉਹਦੇ ਉਲਝੇ ਹੋਏ ਕੇਸ ਝਾਕ ਰਹੇ ਸਨ, ਜੂੜਾ ਬਿਲਕੁਲ ਨੰਗਾ। ਉਹ ਬੋਲਿਆ, ਹੱਸੋ ਨਹੀਂ ਯਾਰੋ, ਇਸ ਬੱਚੇ ਨੂੰ ਵੀ ਤਾਂ ਉਸ ਵੈਗਰੂ ਨੇ ਪੈਦਾ ਕੀਤਾ ਜਿਹਨੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਪੈਦਾ ਕੀਤਾ। ਇੱਕ ਗੱਭਰੂ ਸਿੱਖ ਜਿਸ ਨੇ ਹੁਣ ਤੱਕ ਮਿਆਨ 'ਚੋਂ ਕਿਰਪਾਨ ਕੱਢ ਲਈ ਸੀ ਬੋਲਿਆ, ਜ਼ਰਾ ਠਹਿਰ ਪਰਮੇਸ਼ਰ, ਕਿਰਪਾਨ ਆਪਣਾ ਕੰਮ ਪੂਰਾ ਕਰ ਲਏ, ਫੇਰ ਹੀ ਅਸੀਂ ਧਰਮ ਦੀ ਗੱਲ ਕਰਾਂਗੇ। ਮਾਰੋ ਨਾ ਯਾਰੋ, ਪਰਮੇਸ਼ਰ ਦੀ ਆਵਾਜ਼ 'ਚ ਪੁਕਾਰ ਸੀ। ਇਹਨੂੰ ਨਾ ਮਾਰੋ, ਇੰਨਾ ਛੋਟਾ ਜਿਹਾ ਤੇ ਹੈ, ਤੇ ਉਹਨੂੰ ਵੀ ਤਾਂ ਉਸੇ ਵਾਹਿਗੁਰੂ ਨੇ ਪੈਦਾ ਕੀਤਾ ਜਿਸ ਨੇ। ਪੁੱਛ ਲੈਂਦੇ ਆ ਉਹਨੂੰ। ਇੱਕ ਹੋਰ ਸਿੱਖ ਨੇ ਸਹਿਮੇ ਹੋਏ ਅਖਤਰ ਕੋਲ ਜਾ ਕੇ ਕਿਹਾ, ਬੋਲ ਪੁੱਤਰ, ਤੈਨੂੰ ਕਿਸ ਨੇ ਪੈਦਾ ਕੀਤਾ, ਖੁਦਾ ਨੇ ਕਿ ਵਾਹਿਗੁਰੂ ਨੇ? ਅਖਤਰ ਨੇ ਭੈ ਦੀ ਸਾਰੀ ਖੁਸ਼ੀ ਨੂੰ ਅੰਦਰੋਂ ਨਿਗਲਣ ਦੀ ਕੋਸ਼ਿਸ਼ ਕੀਤੀ ਜੋ ਉਹਦੀ ਜ਼ੁਬਾਨ ਦੀ ਨੋਕ ਤੋਂ ਲੈ ਕੇ ਧੁੰਨੀ ਤੱਕ ਫੈਲ ਚੁੱਕੀ ਸੀ। ਅੱਖ ਝਮਕੇ ਉਹਨਾਂ ਅਥਰੂ ਨੂੰ ਡੇਗ ਦੇਣਾ ਚਾਹਿਆ ਜਿਹੜੇ ਰੇਤ ਦੀ ਤਰ੍ਹਾਂ ਪਲਕਾਂ 'ਚ ਰੜਕ ਰਹੇ ਸਨ। ਉਸ ਪਰਮੇਸ਼ਰ ਵੱਲ ਇੰਝ ਤੱਕਿਆ ਜਿਵੇਂ ਮਾਂ ਨੂੰ ਵੇਖ ਰਿਹਾ ਹੋਵੇ। ਮੂੰਹ 'ਚ ਗਏ ਹੋਏ ਹੰਝੂਆਂ ਨੂੰ ਥੁੱਕਿਆ ਤੇ ਬੋਲਿਆ, ਪਤਾ ਨਹੀਂ। ਲਾਹੌਰ ਸੁਣੋ, ਕਿਸੇ ਨੇ ਕਿਹਾ ਤੇ ਅਖਤਰ ਨੂੰ ਗਾਲ ਕੱਢ ਹੱਸਣ ਲੱਗਾ। ਅਖਤਰ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ। ਅੰਮਾ ਤਾਂ ਕਹਿੰਦੀ ਏ ਮੈਂ ਤੂੜੀ ਵਾਲੀ ਕੋਠੜੀ 'ਚ ਪਿਆ ਮਿਲਿਆ ਸਾਂ। ਸਾਰੇ ਸਿੱਖ ਹੱਸ ਪਏ, ਪਰ ਪਰਮੇਸ਼ਰ ਬੱਚਿਆਂ ਵਾਂਗ ਇੰਝ ਰੋਇਆ ਕਿ ਦੂਜੇ ਘਬਰਾ ਗਏ। ਰੋਂਦੀ ਆਵਾਜ਼ 'ਚ ਜਿਵੇਂ ਵਹਿਣ ਪਾਉਂਦਾ ਕਹਿਣ ਲੱਗਾ, ਸਭੇ ਬੱਚੇ ਇੱਕੋ ਜਿਹੇ ਹੁੰਦੇ ਨੇ ਯਾਰੋ, ਮੇਰਾ ਕਰਤਾਰਾ ਵੀ ਤਾਂ ਇਹੋ ਕਹਿੰਦਾ ਹੁੰਦਾ ਸੀ, ਉਹ ਵੀ ਤਾਂ ਆਪਣੀ ਮਾਂ ਨੂੰ ਤੂੜੀ ਵਾਲੀ ਕੋਠੜੀ 'ਚ ਹੀ ਮਿਲਿਆ ਸੀ। ਕਿਰਪਾਨ ਮਿਆਨ 'ਚ ਚਲੀ ਗਈ। ਸਿੱਖਾਂ ਪਰਮੇਸ਼ਰ ਤੋਂ ਵੱਖ ਥੋੜੀ ਜਿਹੀ ਕੁਸਰ ਮੁਸਰ ਕੀਤੀ। ਇੱਕ ਸਿੱਖ ਅੱਗੇ ਵਧਿਆ, ਰੋਂਦੇ ਰੋਂਦੇ ਅਖਤਰ ਨੂੰ ਬਾਂਹ ਤੋਂ ਫੜੋ ਪਰਮੇਸ਼ਰ ਕੋਲ ਲੈ ਆਇਆ ਤੇ ਬੋਲਿਆ, ਲੈ ਸੰਭਾਲ ਇਹਨੂੰ, ਕੇਸ ਵਧਾ ਕੇ ਇਹਨੂੰ ਆਪਣਾ ਕਰਤਾਰਾ ਬਣਾ ਲੈ ਫੜ। ਪਰਮੇਸ਼ਰ ਨੇ ਅਖਤਰ ਨੂੰ ਇੰਝ ਝਪਟ ਕੇ ਚੁੱਕ ਲਿਆ ਕਿ ਉਹਦੀ ਪਗੜੀ ਖੁੱਲ ਗਈ, ਕੇਸਾਂ ਦੀਆਂ ਲਿੱਟਾਂ ਚਮਕਣ ਲੱਗ ਪਈਆਂ। ਉਸ ਅਖਤਰ ਨੂੰ ਪਾਗਲਾਂ ਵਾਂਗ ਚੁੰਮਿਆ, ਉਹਨੂੰ ਆਪਣੀ ਛਾਤੀ ਨਾਲ ਲਾਇਆ ਤੇ ਫਿਰ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਮੁਸਕਾਉਂਦਿਆਂ ਕੁਝ ਅਜਿਹੀਆਂ ਗੱਲਾਂ ਸੋਚਣ ਲੱਗਾ ਜਿਨ੍ਹਾਂ ਉਹਦੇ ਚਿਹਰੇ ਨੂੰ ਨਿਖਾਰ ਦਿੱਤਾ। ਪਰਤ ਕੇ ਦੂਜੇ ਸਿੱਖਾਂ ਵੱਲ ਤੱਕਿਆ। ਅਚਾਨਕ ਉਹ ਅਖਤਰ ਨੂੰ ਭੁੰਜੇਲਾ ਸਿੱਖਾਂ ਵੱਲ ਵਧਿਆ ਤੇ ਉਹਨਾਂ ਕੋਲੋਂ ਲੰਘ ਬਾਂਦਰਾਂ ਵਾਂਗ ਟਪੂਸੀਆਂ ਮਾਰਦਾ ਰਿਹਾ। ਉਹਦੇ ਕੇਸ ਉਹਦੀ ਲਪਟ ਝਪਟ ਦਾ ਸਾਥ ਦਿੰਦੇ ਰਹੇ। ਦੂਜੇ ਸਿੱਖ ਹੈਰਾਨ ਖੜੇ ਉਹਨੂੰ ਵੇਂਦੇ ਰਹੇ। ਫਿਰ ਉਹ ਇੱਕ ਹੱਥ ਨੂੰ ਦੂਜੇ ਹੱਥ ਉੱਤੇ ਰੱਖ ਕੇ ਹੱਸਦਾ ਹੋਇਆ ਵਾਪਸ ਪਰਤਿਆ। ਉਹਦੀ ਗਿੱਲੀ ਦਾੜੀ 'ਚ ਫਸੇ ਬੁੱਲਾਂ ਤੇ ਇੱਕ ਮੁਸਨੀ ਸੀ ਤੇ ਲਾਲ ਅੱਖਾਂ ਵਿੱਚ ਚਮਕ ਉਬਰੀ ਤਰ੍ਹਾਂ ਸਾਹੋ ਸਾਹ ਹੋ ਰਿਹਾ ਸੀ। ਅਖਤਰ ਦੇ ਕੋਲ ਆ ਕੇ ਗੋਡਿਆਂ ਪਰਨੇ ਬੈਠ ਕੇ ਬੋਲਿਆ, ਪੁੱਤਰਾ ਕੀ ਨਾਂ ਹੈ ਤੇਰਾ? ਅਖਤਰ। ਹੁਣ ਅਖਤਰ ਰੋਂਦੂ ਨਹੀਂ ਸੀ। ਅਖਤਰ ਬੇਟੇ, ਪਰਮੇਸ਼ਰ ਨੇ ਬੜੇ ਪਿਆਰ ਨਾਲ ਆਖਿਆ, ਜ਼ਰਾ ਮੇਰੀਆਂ ਉਂਗਲਾਂ 'ਚ ਝਾਕੋ ਤਾਂ। ਅਖਤਰ ਥੋੜ੍ਹਾ ਜਿਹਾ ਝਾਕਿਆ। ਪਰਮੇਸ਼ਰ ਨੇ ਦੋਨਾਂ ਹੱਥਾਂ 'ਚ ਥੋੜ੍ਹੀ ਜਿਹੀ ਝੀਤ ਬਣਾ ਲਈ ਤੇ ਫੌਰਨ ਬੰਦ ਕਰ ਲਈ। ਆਹਾ! ਅਖਤਰ ਨੇ ਤਾੜੀ ਵਜਾ ਕੇ ਆਪਣੇ ਹੱਥਾਂ ਨੂੰ ਪਰਮੇਸ਼ਰ ਦੇ ਹੱਥਾਂ ਵਾਂਗ ਬੰਦ ਕਰ ਲਿਆ ਤੇ ਅਥਰੂਆਂ ਨਾਲ ਹੀ ਮੁਸਕਰਾ ਕੇ ਕਿਹਾ,
ਤਿਤਲੀ। ਲਓਗੇ? ਹਾਂ, ਅਖਤਰ ਨੇ ਆਪਣੇ ਹੱਥਾਂ ਨੂੰ ਮਲਿਆ। ਲੈ, ਪਰਮੇਸ਼ਰ ਨੇ ਹੱਥ ਖੋਲ੍ਹੇ। ਅਖਤਰ ਨੇ ਤਿਤਲੀ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੌਕਾ ਮਿਲਦਿਆਂ ਹੀ ਉੱਡ ਗਈ। ਤੇ ਅਖਤਰ ਉਦਾਸ ਹੋ ਗਿਆ। ਪਰਮੇਸ਼ਰ ਦੂਜੇ ਸਿੱਖਾਂ ਵੱਲ ਤੱਕ ਕੇ ਕਹਿਣ ਲੱਗਾ, ਸਾਰੇ ਨਿਆਣੇ ਇੱਕੋ ਜਿਹੇ ਕਿਉਂ ਹੁੰਦੇ ਨੇ ਯਾਰੋ? ਕਰਤਾਰੇ ਦੀ ਤਿਤਲੀ ਵੀ ਉੱਡ ਜਾਂਦੀ ਸੀ ਤੇ ਉਹ ਵੀ ਇੰਜੀ ਮੂੰਹ ਲਟਕਾ ਲੈਂਦਾ ਸੀ। ਪਰਮੇਸ਼ਰ ਤਾਂ ਅੱਧਾ ਪਾਗਲ ਹੋ ਗਿਆ, ਇੱਕ ਗੱਭਰੂ ਨੇ ਨਾਪਸੰਦੀ ਨਾਲ ਕਿਹਾ, ਤੇ ਫਿਰ ਸਾਰਾ ਟੋਲਾ ਵਾਪਸ ਟੁਰ ਪਿਆ। ਪਰਮੇਸ਼ਰ ਅਖਤਰ ਨੂੰ ਮੋਢਿਆਂ ਤੇ ਬਿਠਾ ਜਦ ਉਸੇ ਬੰਨੇ ਚੱਲਣ ਲੱਗਾ ਜਿੱਧਰ ਦੂਜੇ ਸਿੱਖ ਗਏ ਸਨ, ਤਾਂ ਅਖਤਰ ਫੁੱਟ-ਫੁੱਟ ਰੋਣ ਲੱਗ ਪਿਆ। ਮੈਂ ਤਾਂ ਅੰਮਾ ਕੋਲ ਜਾਣਾ ਹੈ, ਅੰਮਾ ਕੋਲ ਜਾਵਾਂਗਾ। ਪਰਮੇਸ਼ਰ ਨੇ ਹੱਥ ਚੁੱਕ ਕੇ ਪਲੋਸਣ ਦਾ ਯਤਨ ਕੀਤਾ, ਪਰ ਉਹਨੇ ਹੱਥ ਪਰੇ ਕਰ ਦਿੱਤਾ। ਫਿਰ ਜਦੋਂ ਪਰਮੇਸ਼ਰ ਨੇ ਕਿਹਾ ਕਿ ਹਾਂ ਬੇਟੇ, ਤੈਨੂੰ ਤੇਰੀ ਅੰਮਾ ਕੋਲ ਹੀ ਲੈ ਜਾਵਾਂਗਾ, ਤਾਂ ਅਖਤਰ ਚੁੱਪ ਹੋ ਗਿਆ। ਉਹ ਕਦੀ ਕਦਾਈ ਹੌਕੇ ਆਹੀਂ ਭਰ ਲੈਂਦਾ ਤੇ ਪਰਮੇਸ਼ਰ ਦੀਆਂ ਥਾਪੜਾਂ ਨੂੰ ਅਣਚਾਹੁੰਦਿਆਂ ਵੀ ਬਰਦਾਸ਼ਤ ਕਰਦਾ ਰਿਹਾ। ਪਰਮੇਸ਼ਰ ਉਹਨੂੰ ਆਪਣੇ ਘਰ ਲੈ ਆਇਆ। ਪਹਿਲਾਂ ਇਹ ਕਿਸੇ ਮੁਸਲਮਾਨ ਦਾ ਘਰ ਸੀ, ਲੁੱਟਿਆ ਪੁੱਟਿਆ। ਜਦੋਂ ਜ਼ਿਲ੍ਹਾ ਲਾਹੌਰ ਤੋਂ ਜ਼ਿਲ੍ਹਾ ਅੰਮ੍ਰਿਤਸਰ 'ਚ ਆਇਆ ਤਾਂ ਪਿੰਡ ਵਾਲਿਆਂ ਨੇ ਉਹਨੂੰ ਇਹ ਮਕਾਨ ਅਲਾਟ ਕਰਵਾ ਦਿੱਤਾ ਸੀ। ਉਹ ਆਪਣੀ ਘਰਵਾਲੀ ਤੇ ਧੀ ਸਮੇਤ ਜਦ ਇਸ ਵਲਗਨ 'ਚ ਵੜਿਆ ਤਾਂ ਘਾਬਰ ਗਿਆ, ਅੱਖਾਂ ਪਥਰਾ ਗਈਆਂ ਤੇ ਉਹ ਸਹਿਮੀ ਆਵਾਜ਼ 'ਚ ਬੋਲਿਆ ਸੀ, ਇੱਥੇ ਕੋਈ ਚੀਜ਼ ਕੁਰਾਨ ਪੜ੍ਹ ਰਹੀ ਏ। ਪਰਮੇਸ਼ਰ ਕਿੱਤੇ ਵਜੋਂ ਗ੍ਰੰਥੀ ਸੀ ਤੇ ਉਹਦੀ ਇਹ ਗੱਲ ਸੁਣ ਕੇ ਪਿੰਡ ਦੇ ਦੂਜੇ ਲੋਕੀ ਹੱਸ ਪਏ ਸਨ। ਪਰਮੇਸ਼ਰ ਦੀ ਵਹੁਟੀ ਨੇ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਰਤਾਰ ਸਿੰਘ ਦੇ ਵਿਛੜ ਜਾਣ ਸਾਰੀ ਇਹਨੂੰ ਕੁਝ ਹੋ ਗਿਆ ਹੈ, ਪਤਾ ਨਹੀਂ ਕੀ ਹੋ ਗਿਆ। ਉਸ ਕਿਹਾ, ਵੈਗਰੂ ਝੂਠ ਨਾ ਬੁਲਾਏ, ਉੱਥੇ ਕੁੱਟ ਸੁੱਟਦਾ ਸੀ। ਜਦ ਤੋਂ ਇਹ ਕਰਤਾਰ ਨਾਲੋਂ ਵਿਛੜਿਆ ਏ ਤਾਂ ਮੈਂ ਤੇ ਖੈਰ ਬਹੁਤ ਹੀ ਰੋ ਲਈ, ਪਰ ਇਹਦਾ ਰੋਣ ਨਾਲ ਵੀ ਜੀ ਹਲਕਾ ਨਹੀਂ ਹੋਇਆ। ਉੱਥੇ ਕੀ ਮਜਾਲ ਜੇ ਬੇਟੀ ਅਮਰ ਕੌਰ ਨੂੰ ਮੈਂ ਵੀ ਥੋੜ੍ਹਾ ਜਿਹਾ ਗੁੱਸੇ ਨਾਲ ਤੱਕ ਲੈਂਦੀ, ਬਿਫਰ ਜਾਂਦਾ ਸੀ। ਕਹਿੰਦਾ ਸੀ, ਧੀ ਨੂੰ ਬੁਰਾ ਨਾ ਕਹੋ, ਬੜੀ ਮਸਕੀਨ ਹੁੰਦੀ ਏ, ਇਹ ਤਾਂ ਇੱਕ ਮੁਸਾਫਿਰ ਏ ਵਿਚਾਰੀ, ਤੇ ਸਾਡੇ ਘਰ 'ਚ ਆਰਾਮ ਕਰਨ ਲਈ ਬੈਠ ਗਈ, ਵਕਤ ਆਏਗਾ ਤੇ ਤੁਰ ਜਾਏਗੀ। ਪਰ ਹੁਣ ਅਮਰ ਕੋਲੋਂ ਥੋੜ੍ਹਾ ਜਿੰਨਾ ਵੀ ਕਸੂਰ ਹੋ ਜਾਏ, ਆਪੇ ਤੋਂ ਬਾਹਰ ਹੋ ਜਾਂਦਾ। ਇੱਥੋਂ ਤੱਕ ਬਕਵਾਸ ਕਰਨ ਲੱਗ ਪੈਂਦਾ ਹੈ, ਨੂੰਹਾਂ ਧੀਆਂ ਅਗਵਾ ਹੁੰਦੀਆਂ ਤਾਂ ਸੁਣੀਆਂ ਸਨ ਯਾਰੋ, ਪਰ ਇਹ ਨਹੀਂ ਸੀ ਸੁਣਿਆ ਕਿ 5-6 ਵਰ੍ਹਿਆਂ ਦੇ ਚੋਰ ਵੀ ਉੱਠ ਜਾਂਦੇ ਨੇ। ਉਹ 1 ਮਹੀਨੇ ਤੋਂ ਇਸ ਘਰ 'ਚ ਰਹਿੰਦਾ ਸੀ। ਉਹਦੀ ਆਦਤ ਸੀ ਕਿ ਸੌਣ ਵੇਲੇ ਬਹੁਤ ਜ਼ਿਆਦਾ ਪਾਸੇ ਪਲਟਦਾ ਰਹਿੰਦਾ, ਫਿਰ ਬੁੜਬੁੜਾਉਣ ਲੱਗਦਾ ਤੇ ਉੱਠ ਬਹਿੰਦਾ। ਬੜੀ ਡਰੀ ਹੋਈ ਹੌਲੀ ਜਿਹੀ ਆਵਾਜ਼ 'ਚ ਘਰ ਵਾਲੀ ਨੂੰ ਆਖਦਾ, ਸੁਣਨੀ ਏ, ਇੱਥੇ ਕੋਈ ਚੀਜ਼ ਕੁਰਾਨ ਪੜ੍ਹ ਰਹੀ ਏ। ਬੀਵੀ ਉਹਨੂੰ ਮਹਿਜ਼ ਨਾਲ ਟਾਲ ਕੇ ਸੌਂ ਜਾਂਦੀ, ਪਰ ਅਮਰ ਨੂੰ ਇਸ ਸਰਗੋਸ਼ੀ ਪਿੱਛੋਂ ਸਾਰੀ ਰਾਤ ਨੀਂਦਰ ਨਾ ਪੈਂਦੀ। ਹਨੇਰੇ 'ਚ ਬਹੁਤ ਸਾਰੇ ਪਰਛਾਵੇਂ ਹਰ ਪਾਸੇ ਬੈਠੇ ਕੁਰਾਨ ਪੜ੍ਹਦੇ ਨਜ਼ਰ ਆਉਂਦੇ। ਜਦੋਂ ਥੋੜ੍ਹੀ ਜਿਹੀ ਪਹੁ ਫੁੱਟਦੀ ਤਾਂ ਆਪਣੇ ਕੰਨਾਂ 'ਚ ਉਂਗਲਾਂ ਪਾ ਲੈਂਦੀ। ਉੱਥੇ ਜ਼ਿਲ੍ਹਾ ਲਾਹੌਰ 'ਚ ਉਹਨਾਂ ਦਾ ਘਰ ਮਸਜਿਦ ਦੇ ਗੁਆਂਢ 'ਚ ਸੀ, ਤੇ ਜਦ ਸਵੇਰੇ ਅਜ਼ਾਨ ਹੁੰਦੀ ਤਾਂ ਕਿੰਨਾ ਮਜ਼ਾ ਆਉਂਦਾ। ਇੰਜ ਜਾਪਦਾ ਸੀ ਜਿਵੇਂ ਪਹੁ ਫਟਾਲੇ ਦਾ ਘੁਸਮੁਸਾ ਗਾਉਣ ਲੱਗ ਪਿਆ ਹੋਵੇ। ਜਦੋਂ ਉੱਥੇ ਗੁਆਂਢਣ ਪ੍ਰੀਤਮ ਕੌਰ ਨੂੰ ਕੁਝ ਨੌਜਵਾਨਾਂ ਨੇ ਬੇਹੁਰਮਤੀ ਕਰਕੇ ਗੰਦੇ ਕੱਪੜੇ ਵਾਂਗ ਰੂੜੀ ਤੇ ਸੁੱਟ ਦਿੱਤਾ, ਤਾਂ ਪਤਾ ਨਹੀਂ ਕੀ ਹੋਇਆ ਕਿ ਅਜ਼ਾਨ ਦੇਣ ਵਾਲੇ ਦੀ ਆਵਾਜ਼ 'ਚੋਂ ਵੀ ਇਹਨੂੰ ਪ੍ਰੀਤਮ ਕੌਰ ਦੀ ਚੀਖ ਸੁਣਾਈ ਦੇਣ ਲੱਗ ਪਈ। ਬਾਂਗ ਦਾ ਤਸੱਵਰ ਹੀ ਭੈ ਭੀਤ ਕਰ ਦਿੰਦਾ। ਉਹ ਤੋਂ ਭੁੱਲ ਜਾਂਦੀ ਕਿ ਹੁਣ ਉਹਨਾਂ ਦੇ ਗੁਆਂਢ 'ਚ ਮਸਜਿਦ ਨਹੀਂ ਹੈ ਵੇ, ਤੇ ਐਵੇਂ ਕੰਨਾਂ 'ਚ ਉਂਗਲਾਂ ਦੇ ਕੇ ਸੌਂ ਜਾਂਦੀ ਤੇ ਰਾਤ ਭਰ ਜਾਗਦੇ ਰਹਿਣ ਪਾਰੋਂ ਦਿਨ ਚੜ੍ਹਦੇ ਤੀਕਰ ਸੁੱਤੀ ਰਹਿੰਦੀ। ਪਰਮੇਸ਼ਰ ਇਸ ਗੱਲੋਂ ਗੁੱਸੇ ਹੁੰਦਾ ਤੇ ਕਹਿੰਦਾ, ਠੀਕ ਏ, ਸੌਵੇਂ ਨਾ ਤੇ ਹੋਰ ਕੀ ਕਰੇ, ਨਿਕੰਮੀਆਂ ਤੇ ਹੁੰਦੀਆਂ ਨੇ ਇਹ ਛੋਕਰੀਆਂ, ਮੁੰਡਾ ਹੁੰਦਾ ਤੇ ਹੁਣ ਤੀਕਰ ਪਤਾ ਨਹੀਂ ਕਿੰਨੇ ਕੰਮ ਕੀਤੇ ਹੁੰਦੇ ਯਾਰੋ। ਪਰਮੇਸ਼ਰ ਵਿਹੜੇ 'ਚ ਵੜਿਆ ਤੇ ਆਦਤ ਤੋਂ ਉਲਟ ਅੱਜ ਉਹਦੇ ਬੁੱਲ੍ਹਾਂ ਤੇ ਮੁਸਕਰਾਹਟ ਸੀ। ਖੁੱਲੇ ਕੇਸ ਕੰਘੇ ਸਮੇਤ ਉਹਦੀ ਪਿੱਠ ਤੇ ਇੱਕ ਮੋਢੇ ਤੇ ਖਿਲਰੇ ਹੋਏ ਸਨ। ਉਹਦਾ ਇੱਕ ਹੱਥ ਅਖਤਰ ਦੀ ਲੱਕ ਉੱਤੇ ਸੀ। ਘਰ ਵਾਲੀ ਇੱਕ ਪਾਸੇ ਬੈਠੀ ਛੱਜ 'ਚ ਕਣਕ ਛੱਟ ਰਹੀ ਸੀ। ਉਹਦੇ ਹੱਥ ਜਿੱਥੇ ਸਨ ਉੱਥੇ ਰੁਕ ਗਏ ਤੇ ਟਿਕਟਿਕੀ ਲਾ ਕੇ ਪਰਮੇਸ਼ਰ ਸਿੰਘ ਵੱਲ ਵੇਖਣ ਲੱਗੀ। ਫਿਰ ਉਹ ਛੱਜ ਛੱਡ ਕੇ ਟੱਪਦੀ ਹੋਈ ਆਈ ਤੇ ਬੋਲੀ, ਇਹ ਕੌਣ ਏ? ਪਰਮੇਸ਼ਰ ਸਹਿਜ ਮੁਸਕਰਾਉਂਦਿਆਂ ਬੋਲਿਆ, ਡਰ ਨਾ ਬੇਵਕੂਫੇ, ਇਹਦੀਆਂ ਆਦਤਾਂ ਬਿਲਕੁਲ ਆਪਣੇ ਕਰਤਾਰੇ ਵਰਗੀਆਂ ਨੇ। ਇਹ ਵੀ ਆਪਣੀ ਮਾਂ ਨੂੰ ਤੂੜੀ ਵਾਲੀ ਕੋਠੜੀ 'ਚੋਂ ਲੱਭਾ ਸੀ। ਇਹ ਵੀ ਤਿਤਲੀਆਂ ਦਾ ਸ਼ੌਕੀਨ ਏ। ਇਹਦਾ ਨਾਂ ਅਖਤਰ ਏ। ਅਖਤਰ? ਪਤਨੀ ਦੀ ਦੇਖਣੀ ਇੱਕਦਮ ਬਦਲ ਗਈ। ਤੂੰ ਇਸ ਨੂੰ ਅਖਤਰ ਸਿੰਘ ਕਹਿ ਲੈਣਾ। ਪਰਮੇਸ਼ਰ ਨੇ ਸਫਾਈ ਦਿੱਤੀ। ਕੇਸਾਂ ਦਾ ਕੀ ਏ, ਦਿਨਾਂ 'ਚ ਹੀ ਵੱਧ ਜਾਂਦੇ ਨੇ। ਕੜਾ ਤੇ ਕਛਹਿਰਾ ਪਵਾ ਦੇਣਾ, ਕੰਘਾ ਕੇਸਾਂ ਦੇ ਵੱਧਦੇ ਹੀ ਲੱਭ ਜਾਏਗਾ।
ਪਰ ਇਹ ਹੈ ਕਿਸ ਦਾ? ਬੀਵੀ ਨੇ ਹੋਰ ਸਫਾਈ ਮੰਗੀ। ਕਿਸ ਦਾ? ਪਰਮੇਸ਼ਰ ਨੇ ਅਖਤਰ ਨੂੰ ਮੋਢਿਓਂ ਉਤਾਰ ਪੁੰਜੇ ਖੜਾ ਕਰ ਦਿੱਤਾ ਤੇ ਉਹਦੇ ਸਿਰ ਤੇ ਹੱਥ ਫੇਰਨ ਲੱਗਾ। ਵੈਗਰੂ ਦਾ ਏ, ਸਾਡਾ ਆਪਣਾ ਹੈ। ਯਾਰ ਉਹ ਔਰਤ ਇੰਨਾ ਵੀ ਨਹੀਂ ਤੱਕ ਸਕਦੀ ਕਿ ਅਖਤਰ ਦੇ ਮੱਥੇ ਤੇ ਜਿਹੜਾ ਛੋਟਾ ਜਿਹਾ ਤਿਲ ਏ ਇਹ ਕਰਤਾਰੇ ਦਾ ਹੀ ਤਿਲ ਏ। ਕਰਤਾਰੇ ਦੇ ਵੀ ਇੱਕ ਤਿਲ ਇੱਥੇ ਹੀ ਸੀ, ਥੋੜਾ ਜਿੰਨਾ ਵੱਡਾ। ਅਸੀਂ ਤਾਂ ਉਹਨੂੰ ਇੱਥੋਂ ਤਿਲ ਉੱਪਰੋਂ ਹੀ ਚੁੰਮਦੇ ਸਾਂ। ਇਹ ਅਖਤਰ ਦੇ ਕੰਨਾਂ ਦੀਆਂ ਲਬਾਂ ਗੁਲਾਬ ਦੇ ਫੁੱਲ ਵਾਂਗ ਗੁਲਾਬੀ ਨੇ। ਤੇ ਯਾਰੋ ਇਹ ਨਹੀਂ ਸੋਚਦੀ ਕਿ ਕਰਤਾਰੇ ਦੇ ਕੰਨਾਂ ਦੀਆਂ ਲਬਾਂ ਵੀ ਤਾਂ ਇਹੋ ਜਿਹੀਆਂ ਹੀ ਸਨ। ਫਰਕ ਸਿਰਫ ਇੰਨਾ ਹੈ, ਉਹ ਮੋਟੀਆਂ ਤੇ ਜ਼ਰਾ ਪਤਲੀਆਂ ਨੇ। ਤੇ ਅਖਤਰ ਹੁਣ ਤੱਕ ਹੈਰਾਨ ਹੋਇਆ ਜ਼ਬਤ ਵਿੱਚ ਬੈਠਾ ਸੀ, ਅਚਾਨਕ ਰੋਣ ਲੱਗ ਪਿਆ। ਮੈਂ ਇੱਥੇ ਨਹੀਂ ਰਵਾਂਗਾ, ਮੈਂ ਆਪਣੀ ਅੰਮਾ ਕੋਲ ਜਾਵਾਂਗਾ, ਅੰਮਾ ਕੋਲ। ਪਰਮੇਸ਼ਰ ਅਖਤਰ ਦਾ ਹੱਥ ਫੜ ਕੇ ਉਹਨੂੰ ਬੀਵੀ ਕੋਲ ਲੈ ਗਿਆ। ਲੈ ਬਈ, ਇਹ ਅੰਮਾ ਕੋਲ ਜਾਣਾ ਚਾਹੁੰਦਾ ਹੈ ਤਾਂ ਜਾਵੇ। ਬੀਵੀ ਦੀਆਂ ਅੱਖਾਂ 'ਚ ਤੇ ਚਿਹਰੇ ਉੱਪਰ ਉਹੀ ਡਰ ਤੇ ਭੈ ਦਾ ਭੈ ਆ ਗਿਆ ਜਿਹਨੂੰ ਪਰਮੇਸ਼ਰ ਆਪਣੀਆਂ ਅੱਖਾਂ ਦੇ ਚਿਹਰੇ 'ਚੋਂ ਨੋਚ ਕੇ ਬਾਹਰ ਖੇਤਾਂ 'ਚ ਸੁੱਟ ਆਇਆ ਸੀ। ਡਾਕਾ ਮਾਰਨ ਗਿਆ ਸੀ ਸੂਰਮਾ ਤੇ ਚੁੱਕ ਲਿਆਇਆ ਇਹ ਨੀਂਗਰ। ਜੇ ਲਿਆਉਣਾ ਹੀ ਸੀ ਕਿਸੇ ਕੁੜੀ ਨੂੰ ਹੀ ਚੁੱਕ ਲਿਆਉਂਦਾ ਤਾਂ 1000 'ਚ ਨਾ ਸਹੀ 100-200 'ਚ ਤਾਂ ਵੇਖੀ ਜਾਂਦੀ। ਇਹ ਸੁੱਜੜੇ ਘਰ ਦਾ ਮੰਜਾ ਪੀੜੀ ਬਣ ਜਾਂਦਾ। ਝੱਲਿਆ, ਤੈਨੂੰ ਤਾਂ ਕੁਝ ਹੋ ਗਿਆ, ਵੇਖਦਾ ਨਹੀਂ? ਇਹ ਮੁੰਡਾ ਤਾਂ ਮੁਸਲਾ ਏ, ਜਿੱਥੋਂ ਚੁੱਕਿਆ ਉੱਥੇ ਹੀ ਛੱਡ ਆ। ਖਬਰਦਾਰ ਜੇ ਇਹਨੂੰ ਮੇਰੀ ਰਸੋਈ 'ਚ ਪੈਰ ਵੀ ਰੱਖਿਆ। ਪਰਮੇਸ਼ਰ ਨੇ ਤਰਲਾ ਕੀਤਾ। ਕਰਤਾਰੇ ਤੇ ਅਖਤਰ ਨੂੰ ਇੱਕੋ ਹੀ ਵੈਗਰੂ ਨੇ ਪੈਦਾ ਕੀਤਾ ਹੈ, ਸਮਝੀ? ਨਹੀਂ। ਘਰ ਵਾਲੀ ਚੀਕ ਉੱਠੀ। ਮੈਂ ਨਹੀਂ ਸਮਝੀ, ਨਾ ਕੁਝ ਸਮਝਣਾ ਚਾਹੁੰਦੀ ਹਾਂ। ਮੈਂ ਇਹਦਾ ਅੱਜ ਰਾਤੀ ਝਟਕਾ ਕਰ ਦਿਆਂਗੀ, ਵੱਢ ਕੇ ਸੁੱਟ ਦਿਆਂਗੀ। ਚੁੱਕ ਲਿਆਇਆ ਕਿਧਰੋਂ, ਲੈ ਜਾ ਇਹਨੂੰ, ਸੁੱਟ ਦੇ ਬਾਹਰ। ਤੈਨੂੰ ਨਾ ਸੁੱਟ ਦਿਆਂ ਬਾਹਰ? ਹੁਣ ਪਰਮੇਸ਼ਰ ਨੂੰ ਗੁੱਸਾ ਚੜ ਗਿਆ। ਤੇਰਾ ਨਾ ਝਟਕਾ ਕਰਦੇ ਆ। ਉਹ ਬੀਵੀ ਵੱਲ ਵਧਿਆ। ਬੀਵੀ ਛਾਤੀ ਨੂੰ ਦੁਹੱਥੜਾਂ ਨਾਲ ਪਿੱਟਦੀ ਚੀਕਾਂ ਮਾਰਦੀ ਭੱਜ ਗਈ। ਗੁਆਂਢਣ ਅਮਰ ਕੌਰ ਦੌੜੀ ਆਈ ਤੇ ਉਹਦੇ ਪਿੱਛੇ ਗਲੀ ਦੀਆਂ ਕੁਝ ਹੋਰ ਤੀਵੀਆਂ ਆਦਮੀ ਇਕੱਠੇ ਹੋ ਗਏ ਤੇ ਪਰਮੇਸ਼ਰ ਦੀ ਬੀਵੀ ਕੁੱਟਮਾਰ ਤੋਂ ਬਚ ਗਈ। ਸਾਰਿਆਂ ਸਮਝਾਇਆ ਕਿ ਇਹ ਤਾਂ ਨੇਕ ਕੰਮ ਹੈ। ਇੱਕ ਮੁਸਲਮਾਨ ਨੂੰ ਸਿੱਖ ਬਣਾਉਣਾ ਕੋਈ ਮਾਮੂਲੀ ਕਾਰਜ ਤੇ ਨਹੀਂ। ਪੁਰਾਣਾ ਜ਼ਮਾਨਾ ਹੁੰਦਾ ਤੇ ਹੁਣ ਤੱਕ ਪਰਮੇਸ਼ਰ ਆਲੇ ਦੁਆਲੇ ਮਸ਼ਹੂਰ ਹੋ ਚੁੱਕਾ ਹੁੰਦਾ। ਵਹੁਟੀ ਨੂੰ ਹੌਸਲਾ ਹੋਇਆ, ਪਰ ਅਮਰ ਖੂੰਜੇ ਬੈਠੀ ਗੋਡਿਆਂ ਦੇ ਸਿਰ ਦੇ ਕੇ ਰੋਂਦੀ ਰਹੀ। ਅਚਾਨਕ ਪਰਮੇਸ਼ਰ ਦੀ ਗਰਜ ਨੇ ਸਾਰੇ ਇਕੱਠ ਨੂੰ ਡਰਾ ਦਿੱਤਾ। ਅਖਤਰ ਕਿੱਧਰ ਚਲਾ ਗਿਆ? ਉਸ ਚੀਕ ਕੇ ਆਖਿਆ, ਓਏ ਕਿੱਧਰ ਗਿਆ ਸਾਡਾ ਅਖਤਰ? ਤੇ ਉਹ ਤੁਹਾਡੇ ਵਰਗੇ ਕਿਸੇ ਕਸਾਈ ਦੇ ਕਾਬੂ ਤੇ ਨਹੀਂ ਆ ਗਿਆ? ਅਖਤਰ। ਉਹ ਚੀਕਦਾ ਹੋਇਆ ਮਕਾਨ ਦੇ ਖੱਲਾ ਖੂੰਜੇ ਲੱਭਦਾ ਬਾਹਰ ਭੱਜ ਉੱਠਿਆ। ਬੱਚੇ ਦਿਲਚਸਪੀ ਨਾਲ ਉਹਦੇ ਪਿੱਛੇ ਸਨ। ਜਨਾਨੀਆਂ ਛੱਤਾਂ ਤੇ ਚੜ ਗਈਆਂ, ਪਰ ਪਰਮੇਸ਼ਰ ਗਲੀਆਂ 'ਚੋਂ ਹੁੰਦਾ ਹੋਇਆ ਬਾਹਰ ਖੇਤਾਂ ਵੱਲ ਨਿਕਲ ਗਿਆ। ਓਏ ਮੈਂ ਤਾਂ ਉਹਨੂੰ ਅੰਮਾ ਕੋਲ ਲੈ ਜਾਂਦਾ ਯਾਰੋ। ਉਹ ਕਿੱਧਰ ਗਿਆ? ਅਖਤਰ, ਮੈਂ ਤੇਰੇ ਕੋਲ ਨਹੀਂ ਆਵਾਂਗਾ। ਡੰਡੀ ਦੇ ਇੱਕ ਮੋੜ ਤੇ ਗਿਆਨ ਸਿੰਘ ਦੇ ਕਮਾਦ ਵਾਲੇ ਖੇਤ ਦੀ ਆੜ ਤੋਂ ਰੋਂਦੇ ਹੋਏ ਅਖਤਰ ਨੇ ਪਰਮੇਸ਼ਰ ਨੂੰ ਡਾਂਟਦੀ, ਤੂੰ ਤੇ ਸਿੱਖ ਹੈ। ਸਿੱਖ ਤੇ ਹਾਂ, ਪਰਮੇਸ਼ਰ ਨੇ ਜਿਵੇਂ ਮਜਬੂਰ ਹੋ ਕੇ ਆਪਣਾ ਜੁਰਮ ਮੰਨ ਲਿਆ। ਫਿਰ ਮੈਂ ਨਹੀਂ ਆਵਾਂਗਾ। ਅਖਤਰ ਨੇ ਪੁਰਾਣੇ ਅਥਰੂਆਂ ਨੂੰ ਪੂੰਝ ਕੇ ਨਵੇਂ ਹੰਝੂਆਂ ਲਈ ਰਸਤਾ ਸਾਫ਼ ਕਰ ਲਿਆ। ਨਹੀਂ ਆਓਗੇ? ਪਰਮੇਸ਼ਰ ਦਾ ਲਹਿਜਾ ਅਚਾਨਕ ਬਦਲ ਗਿਆ। ਨਹੀਂ ਆਓਗੇ? ਨਹੀਂ, ਕਿਵੇਂ ਨਹੀਂ ਆਵੇਂਗਾ? ਉਹਦਾ ਅਖਤਰ ਨੂੰ ਕੰਨੋਂ ਫੜਿਆ ਤੇ ਫਿਰ ਬੁੱਲਾਂ ਨੂੰ ਦੰਦਾਂ 'ਚ ਦਬਾ ਕੇ ਉਹਦੇ ਮੂੰਹ ਤੇ ਜ਼ੋਰ ਨਾਲ ਥੱਪੜ ਜੜ ਦਿੱਤਾ। ਚਲੋ, ਉਹ ਕੜਕਿਆ। ਅਖਤਰ ਇੰਜ ਸਹਿਮ ਗਿਆ ਜਿਵੇਂ ਇੱਕਦਮ ਸਾਰਾ ਖੂਨ ਨੁੱਚੜ ਗਿਆ ਹੋਵੇ। ਅਚਾਨਕ ਉਹ ਧਰਤੀ ਤੇ ਡਿੱਗ ਕੇ ਮਿੱਟੀ ਉਡਾਣ ਤੇ ਬਿਲਕ ਰੋਣ ਲੱਗ ਪਿਆ। ਨਹੀਂ ਜਾਂਦਾ, ਬਸ ਨਹੀਂ ਜਾਂਦਾ। ਤੁਸੀਂ ਸਿੱਖ ਹੋ, ਮੈਂ ਸਿੱਖਾਂ ਕੋਲ ਨਹੀਂ ਜਾਵਾਂਗਾ। ਮੈਂ ਆਪਣੀ ਅੰਮਾ ਕੋਲ ਜਾਵਾਂਗਾ। ਮੈਂ ਤੈਨੂੰ ਮਾਰ ਦਿਆਂਗਾ। ਹੁਣ ਪਰਮੇਸ਼ਰ ਦੇ ਡਰਨ ਦੀ ਵਾਰੀ ਸੀ। ਉਹਦਾ ਵੀ ਰੰਗ ਜਿਵੇਂ ਫੱਕ ਹੋ ਗਿਆ ਹੋਵੇ। ਆਪਣੇ ਬੁੱਲਾਂ ਨੂੰ ਦੰਦਾਂ 'ਚ ਘੁੱਟਦਿਆਂ ਉਹਦੀਆਂ ਨਾਸਾਂ ਫਰਕਣ ਲੱਗੀਆਂ ਤੇ ਉਹ ਜ਼ਾਰ ਰੋਣ ਲੱਗ ਪਿਆ। ਖੇਤ ਦੀ ਪਾਰਲੀ ਵੱਟ ਤੇ ਆਉਂਦੇ ਹੋਏ ਗੁਆਂਢੀ ਤੇ ਉਹਨਾਂ ਦੇ ਬੱਚੇ ਸਹਿਮ ਗਏ। ਪਰਮੇਸ਼ਰ ਗੋਡਿਆਂ ਭਰਨੇ ਅਖਤਰ ਦੇ ਸਾਹਮਣੇ ਬਹਿ ਗਿਆ। ਇੰਜ ਸਿਸਕ ਰੋਣ ਲੱਗਾ ਕਿ ਉਸ ਹੇਠਲਾ ਬੁੱਲ ਵੀ ਬੱਚਿਆਂ ਵਾਂਗ ਢੇਰ ਲਿਆ। ਫਿਰ ਰੋਂਦੂ ਬਾਅਦ ਵਿੱਚ ਆਖਿਆ, ਮੈਨੂੰ ਮਾਫ ਕਰ ਦੇ ਅਖਤਰ, ਮੈਨੂੰ ਤੇਰੇ ਖੁਦਾ ਦੀ ਕਸਮ, ਮੈਂ ਤੇਰਾ ਦੋਸਤ ਹਾਂ। ਤੂੰ ਕੱਲਾ ਇੱਥੋਂ ਜਾਵੇਂਗਾ ਤੇ ਤੈਨੂੰ ਕੋਈ ਮਾਰ ਦੇਵੇਗਾ। ਫਿਰ ਤੇਰੀ ਮਾਂ ਪਾਕਿਸਤਾਨ ਨੂੰ ਆ ਕੇ ਮੈਨੂੰ ਮਾਰੇਗੀ। ਮੈਂ ਖੁਦ ਜਾ ਕੇ ਤੈਨੂੰ ਛੱਡ ਆਵਾਂਗਾ। ਸੁਣ ਰਿਹਾ ਹੈ ਨਾ? ਫਿਰ ਉੱਥੇ ਜੇ ਤੈਨੂੰ ਇੱਕ ਮੁੰਡਾ ਮਿਲ ਜਾਏ ਨਾ ਕਰਤਾਰੇ ਨਾਂ ਦਾ, ਤੂੰ ਉਹਨੂੰ ਉਧਰੇ ਇਸੇ ਪਿੰਡ ਛੱਡ ਜਾਵੀਂ। ਅੱਛਾ।
ਇੱਧਰ ਇਸੇ ਪਿੰਡ। ਅਖਤਰ ਨੇ ਉਲਟੇ ਹੱਥਾਂ ਨਾਲ ਅਥਰੂ ਪੂੰਝਦੇ ਹੋਏ ਪਰਮੇਸ਼ਰ ਨਾਲ ਸੌਦਾ ਕਰ ਲਿਆ। ਪਰਮੇਸ਼ਰ ਨੇ ਅਖਤਰ ਨੂੰ ਮੋਢਿਆਂ ਤੇ ਬਿਠਾ ਲਿਆ ਤੇ ਟੁਰ ਪਿਆ। ਇੱਕ ਹੀ ਕਦਮ ਚੁੱਕ ਕੇ ਉਹ ਰੁਕ ਗਿਆ। ਸਾਹਮਣੇ ਬਹੁਤ ਸਾਰੇ ਬੱਚੇ ਤੇ ਕੁਝ ਗੁਆਂਢੀ ਖੜੇ ਉਹਦੀਆਂ ਸਾਰੀਆਂ ਹਰਕਤਾਂ ਵੇਖ ਰਹੇ ਸਨ। ਅਧਖੜ ਉਮਰ ਦਾ ਇੱਕ ਗੁਆਂਢੀ ਬੋਲਿਆ, ਰੋਂਦਾ ਕਿਉਂ ਏ ਪਰਮੇਸ਼ਰੇ? ਕੁਝ ਵੇਲੇ ਦੀ ਤਾਂ ਗੱਲ ਏ, ਮਹੀਨੇ 'ਚ ਕੇਸ ਵੱਧ ਜਾਣਗੇ ਤਾਂ ਬਿਲਕੁਲ ਕਰਤਾਰਾ ਹੀ ਲੱਗੇਗਾ। ਕੁਝ ਕਹੇ ਬਿਨਾਂ ਉਹ ਤੇਜ਼ ਤੇਜ਼ ਟੁਰਨ ਲੱਗ ਪਿਆ। ਇੱਕ ਥਾਂ ਰੁਕ ਕੇ ਉਸ ਪਲਟ ਕੇ ਪਿੱਛੇ ਆਉਣ ਵਾਲੇ ਗੁਆਂਢੀਆਂ ਵੱਲ ਤੱਕਿਆ। ਤੁਸੀਂ ਕਿੰਨੇ ਜ਼ਾਲਮ ਹੋ ਯਾਰੋ, ਅਖਤਰ ਨੂੰ ਕਰਤਾਰਾ ਬਣਾਉਂਦੇ ਹੋ ਤੇ ਜੇ ਕੋਈ ਉਧਰ ਕਰਤਾਰੇ ਨੂੰ ਅਖਤਰ ਬਣਾ ਲਵੇ ਤਾਂ ਉਹਨੂੰ ਜ਼ਾਲਮ ਕਹੋਗੇ ਨਾ? ਉਹਦੀ ਆਵਾਜ਼ 'ਚ ਗਰਜ ਆ ਗਈ। ਇਹ ਲੜਕਾ ਮੁਸਲਮਾਨ ਹੀ ਰਹੇਗਾ। ਦਰਬਾਰ ਸਾਹਿਬ ਦੀ ਸਹੁੰ, ਮੈਂ ਕੱਲ ਨੂੰ ਅੰਮ੍ਰਿਤਸਰ ਜਾ ਕੇ ਇਹਦੇ ਅੰਗਰੇਜ਼ੀ ਵਾਲ ਬਣਾ ਲਿਆਵਾਂਗਾ। ਤੁਸੀਂ ਮੈਨੂੰ ਸਮਝ ਕੀ ਰੱਖਿਆ? ਖਾਲਸਾ ਸੀਨੇ 'ਚ ਸ਼ੇਰ ਦਿਲ ਹੈ, ਮੁਰਗੀ ਦਾ ਨਹੀਂ। ਪਰਮੇਸ਼ਰ ਆਪਣੇ ਘਰ ਆ, ਆਪਣੀ ਘਰ ਦੀ ਤੇ ਧੀ ਨੂੰ ਅਖਤਰ ਨਾਲ ਸੁਲ੍ਹਾ ਦੇ ਸਿਲਸਿਲੇ 'ਚ ਹੁਕਮ ਹੀ ਦੇ ਰਿਹਾ ਸੀ ਕਿ ਪਿੰਡ ਦਾ ਗ੍ਰੰਥੀ ਸੰਤੋਖ ਸਿੰਘ ਅੰਦਰ ਆਣ ਵੜਿਆ ਤੇ ਆਵਾਜ਼ ਮਾਰੀ, ਪਰਮੇਸ਼ਰ ਸਿੰਘ ਜੀ। ਪਰਮੇਸ਼ਰ ਨੇ ਘੁੰਮ ਕੇ ਵੇਖਿਆ। ਗ੍ਰੰਥੀ ਨੇ ਹੁਕਮ ਚਾੜਦਿਆਂ ਆਖਿਆ, ਕੱਲ ਤੋਂ ਇਹ ਲੜਕਾ ਖਾਲਸੇ ਵਰਗੀ ਪਗੜੀ ਬੰਨੇਗਾ, ਕੜਾ ਪਾਏਗਾ, ਗੁਰਦੁਆਰੇ ਆਏਗਾ ਤੇ ਉਹਨੂੰ ਪ੍ਰਸ਼ਾਦ ਖਵਾਇਆ ਜਾਏਗਾ। ਉਹਦੇ ਕੇਸਾਂ ਨੂੰ ਕੈਂਚੀ ਨਹੀਂ ਛੂਏਗੀ। ਛੂ ਗਈ ਤਾਂ ਕੱਲ ਤੋਂ ਇਹ ਘਰ ਖਾਲੀ ਕਰ ਦਿਓ, ਸਮਝੇ? ਜੀ, ਪਰਮੇਸ਼ਰ ਨੇ ਹੌਲੀ ਜੀ ਕਿਹਾ। ਹਾਂ, ਗ੍ਰੰਥੀ ਨੇ ਛੇਕੜ ਲਈ ਚੋਟ ਲਾਈ। ਇਵੇਂ ਹੀ ਹੋਏਗਾ ਗ੍ਰੰਥੀ ਜੀ, ਪਰਮੇਸ਼ਰ ਦੀ ਘਰ ਦੀ ਬੋਲੀ। ਮੁੱਢੋਂ ਹੀ ਇਹਨੂੰ ਰਾਤਾਂ ਨੂੰ ਘਰ ਦੇ ਕੋਨੇ-ਕੋਨੇ 'ਚੋਂ ਕੋਈ ਚੀਜ਼ ਕੁਰਾਨ ਪੜ੍ਹਦੀ ਸੁਣਾਈ ਦਿੰਦੀ ਏ। ਲੱਗਦਾ ਪਿਛਲੇ ਜਨਮ 'ਚ ਮੁਸਲਾ ਰਹਿ ਚੁੱਕਾ ਹੈ। ਅਮਰ ਬੇਟੀ ਨੇ ਤਾਂ ਜਦੋਂ ਤੋਂ ਇਹ ਸੁਣਿਆ ਕਿ ਸਾਡੇ ਘਰ 'ਚ ਮੁਸਲਾ ਛੋਕਰਾ ਆਇਆ ਤਾਂ ਬੈਠੀ ਰੋ ਰਹੀ ਏ। ਕਹਿੰਦੀ ਘਰ 'ਚ ਕੋਈ ਹੋਰ ਮੁਸੀਬਤ ਆਏਗੀ। ਜੇ ਇਸ ਆਪ ਹੀ ਆਗਿਆ ਦਾ ਪਾਲਣ ਨਾ ਕੀਤਾ ਤਾਂ ਮੈਂ ਗੁਰਦੁਆਰੇ ਚਲੀ ਆਵਾਂਗੀ ਤੇ ਅਮਰ ਵੀ। ਇਹ ਪਿਆ ਇਸ ਛੋਕਰੇ ਨੂੰ ਚੁੰਮਦਾ ਰਵੇ। ਮੋਇਆ ਨਿਕੰਮਾ, ਵੈਗਰੂ ਦਾ ਵੀ ਲਿਹਾਜ਼ ਨਹੀਂ ਕਰਦਾ। ਵੈਗਰੂ ਦਾ ਕੌਣ ਲਿਹਾਜ਼ ਨਹੀਂ ਕਰਦਾ, ਖੋਤੀਏ? ਪਰਮੇਸ਼ਰ ਨੇ ਗ੍ਰੰਥੀ ਦੀ ਗੱਲ ਦਾ ਗੁੱਸਾ ਪਤਨੀ ਤੇ ਕੱਢਿਆ। ਫਿਰ ਉਹ ਦੇਰ ਤੱਕ ਹੌਲੀ-ਹੌਲੀ ਗਾਲਾਂ ਕੱਢਦਾ ਰਿਹਾ। ਕੁਝ ਚਿਰ ਪਿੱਛੋਂ ਗ੍ਰੰਥੀ ਦੇ ਸਨਮੁਖ ਹੋਇਆ। ਅੱਛਾ ਜੀ ਅੱਛਾ, ਉਸ ਕੁਝ ਇੰਝ ਆਖਿਆ ਕਿ ਗ੍ਰੰਥੀ ਗੁਆਂਢੀ ਦੇ ਨਾਲ ਹੀ ਟੁਰ ਗਿਆ। ਕੁਝ ਹੀ ਦਿਨਾਂ 'ਚ ਅਖਤਰ ਨੂੰ ਦੂਜੇ ਸਿੱਖ ਲੜਕਿਆਂ ਤੋਂ ਅੱਡ ਪਛਾਣਨਾ ਮੁਸ਼ਕਿਲ ਹੋ ਗਿਆ। ਕੰਨਾਂ ਦੀਆਂ ਲਵਾਂ ਤੱਕ ਬੰਨੀ ਹੋਈ ਪਗੜੀ, ਹੱਥ ਦਾ ਕੜਾ ਤੇ ਉਹੀ ਕਚਹਿਰਾ। ਸਿਰਫ ਉਹ ਘਰ 'ਚ ਆ ਕੇ ਪਗੜੀ ਲਾਉਂਦਾ ਸੀ ਤਾਂ ਉਹਦੇ ਗੈਰ ਸਿੱਖ ਹੋਣ ਦਾ ਰਾਜ਼ ਖੁੱਲ੍ਹਦਾ ਸੀ। ਉਹਦੇ ਵਾਲ ਬੜੀ ਤੇਜ਼ੀ ਨਾਲ ਵੱਧ ਰਹੇ ਸਨ। ਪਰਮੇਸ਼ਰ ਦੀ ਬੀਵੀ ਵਾਲਾਂ ਨੂੰ ਛੂਹ ਕੇ ਬਹੁਤ ਖੁਸ਼ ਹੁੰਦੀ। ਜ਼ਰਾ ਇੱਧਰ ਤਾਂ ਮਰਕੁਰੇ, ਇਹ ਵੇਖ ਕੇਸ ਵੱਧ ਰਹੇ ਨੇ। ਇੱਕ ਦਿਨ ਜੂੜਾ ਵੱਜੇਗਾ, ਕੰਗਾ ਲੱਗੇਗਾ ਤੇ ਇਹਦਾ ਨਾਂ ਹੋਵੇਗਾ ਕਰਤਾਰ ਸਿੰਘ। ਨਹੀਂ ਮਾਂ, ਅਮਰ ਉੱਥੇ ਹੀ ਜਵਾਬ ਦਿੰਦੀ, ਜਿੱਥੇ ਵਾਹਿਗੁਰੂ ਜੀ ਇੱਕ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਹਨ ਤੇ ਚੰਨ ਇੱਕ ਏ, ਉਸੇ ਤਰ੍ਹਾਂ ਕਰਤਾਰਾ ਵੀ ਇੱਕ ਹੀ। ਮੇਰਾ ਨਿੱਕਾ ਜਿਹਾ ਵੀਰ। ਉਹ ਫੁੱਟ-ਫੁੱਟ ਕੇ ਰੋ ਪਈ ਤੇ ਗੁੱਸੇ ਨਾਲ ਕਿਹਾ, ਮੈਂ ਇਸ ਖਿਡੌਣੇ ਨਾਲ ਨਹੀਂ ਪਰਚਾਂਗੀ ਮਾਂ। ਮੈਨੂੰ ਪਤਾ ਇਹ ਮੁਸਲਾ ਹੈ ਤੇ ਜੋ ਕਰਤਾਰਾ ਹੁੰਦਾ ਤੇ ਉਹ ਮੁਸਲਾ ਨਹੀਂ ਹੁੰਦਾ। ਮੈਂ ਕਦੋਂ ਕਹਿੰਦੀ ਆ ਕਿ ਸੱਚਮੁੱਚ ਦਾ ਕਰਤਾਰਾ ਹੈ ਮੇਰਾ ਚੰਨ ਵਰਗਾ ਲਾਡਲਾ ਪੁੱਤਰ। ਪਰਮੇਸ਼ਰ ਦੀ ਘਰ ਦੀ ਵੀ ਰੋ ਰਹੀ ਸੀ। ਦੋਵੇਂ ਅਖਤਰ ਨੂੰ ਕੱਲਾ ਛੱਡ ਕਿਸੇ ਕੋਨੇ 'ਚ ਬੈਠ ਜਾਂਦੀਆਂ, ਜ਼ਾਰ-ਜ਼ਾਰ ਰੋਂਦੀਆਂ, ਇੱਕ ਦੂਜੇ ਨੂੰ ਤਸੱਲੀ ਦਿੰਦੀਆਂ ਤੇ ਫਿਰ ਹੋਰ ਜ਼ੋਰ ਨਾਲ ਰੋਣ ਲੱਗ ਪੈਂਦੀਆਂ। ਉਹ ਆਪਣੇ ਕਰਤਾਰੇ ਲਈ ਰੋਂਦੀਆਂ। ਅਖਤਰ ਕੁਝ ਦਿਨ ਆਪਣੀ ਅੰਮਾਂ ਲਈ ਰੋਂਦਾ ਰਿਹਾ। ਹੁਣ ਕਿਸੇ ਹੋਰ ਗੱਲ ਉੱਤੇ ਰੋਂਦਾ। ਜਦ ਪਰਮੇਸ਼ਰ ਸਿੰਘ ਪਨਾਹਗੀਰਾਂ ਲਈ ਪੰਚਾਇਤ ਤੋਂ ਕੁਝ ਅਨਾਜ ਜਾਂ ਕੱਪੜਾ ਲੈ ਕੇ ਆਉਂਦਾ ਤਾਂ ਅਖਤਰ ਭੱਜ ਕੇ ਆਉਂਦਾ ਤੇ ਉਹਦੀਆਂ ਲੱਤਾਂ ਨਾਲ ਲਿਪਟ ਜਾਂਦਾ ਤੇ ਰੋ-ਰੋ ਕੇ ਕਹਿੰਦਾ, ਮੇਰੇ ਸਿਰ ਤੇ ਪੱਗ ਬੰਨ੍ਹ ਦਿਓ ਪਰ ਮੂੰਹ, ਮੇਰੇ ਕੇਸ ਵਧਾ ਦਿਓ, ਮੈਨੂੰ ਕੰਘਾ ਲੈ ਦਿਓ। ਪਰਮੇਸ਼ਰ ਉਹਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਤੇ ਮੋਟੀ ਜਿਹੀ ਉੱਚੀ ਆਵਾਜ਼ 'ਚ ਕਹਿੰਦਾ, ਇਹ ਸਭ ਹੋ ਜਾਏਗਾ ਬੱਚੇ, ਸਭ ਕੁਝ ਹੋ ਜਾਏਗਾ, ਪਰ ਇੱਕ ਗੱਲ ਨਹੀਂ ਹੋਏਗੀ। ਉਹ ਗੱਲ ਕਦੀ ਨਹੀਂ ਹੋਏਗੀ। ਉਹ ਮੈਥੋਂ ਨਹੀਂ ਹੋ ਸਕੇਗਾ। ਸਮਝੋ, ਇਹ ਕੇਸ ਵੇਸ ਸਭ ਵੱਧ ਜਾਣਗੇ। ਅਖਤਰ ਹੁਣ ਆਪਣੀ ਮਾਂ ਨੂੰ ਬਹੁਤ ਘੱਟ ਯਾਦ ਕਰਦਾ ਸੀ। ਜਿੰਨਾ ਚਿਰ ਤੱਕ ਪਰਮੇਸ਼ਰ ਘਰ ਰਹਿੰਦਾ ਉਸ ਨਾਲ ਚਿਮਟਿਆ ਰਹਿੰਦਾ। ਉਹ ਕਿਧਰੇ ਬਾਹਰ ਜਾਂਦਾ ਤਾਂ ਅਖਤਰ ਉਸ ਦੀ ਬੀਵੀ ਤੇ ਅਮਰ ਵੱਲ ਇੰਝ ਵੇਂਦਾ ਰਹਿੰਦਾ ਜਿਵੇਂ ਉਹਨਾਂ ਕੋਲੋਂ ਪਿਆਰ ਦੀ ਭੀਖ ਮੰਗ ਰਿਹਾ ਹੋਵੇ। ਬੀਵੀ ਉਹਨੂੰ ਨਹਾਉਂਦੀ, ਉਹਦੇ ਕੱਪੜੇ ਧੋਂਦੀ ਤੇ ਵਾਲਾਂ ਨੂੰ ਕੰਘੀ ਕਰਦੀ ਹੋਈ ਜਦੋਂ ਰੋਣ ਲੱਗਦੀ ਤੇ ਰੋਂਦੀ ਰਹਿੰਦੀ। ਪਰ ਅਮਰ ਨੇ ਅਖਤਰ ਵੱਲ ਜਦ ਵੀ ਵੇਖਿਆ ਨਫ਼ਰਤ ਨਾਲ ਹੀ ਤੱਕਿਆ। ਸ਼ੁਰੂ 'ਚ ਤਾਂ ਉਸ ਅਖਤਰ ਨੂੰ ਇੱਕ ਧਮੁੱਕਾ ਵੀ ਜੜ ਦਿੱਤਾ ਸੀ ਤੇ ਫਿਰ ਜਦ ਅਖਤਰ ਨੇ ਪਰਮੇਸ਼ਰ ਕੋਲ ਸ਼ਿਕਾਇਤ ਕੀਤੀ ਤਾਂ ਪਰਮੇਸ਼ਰ ਬਿਫਰ ਗਿਆ।
ਅਮਰ ਨੂੰ ਬਹੁਤ ਗੰਦੀਆਂ ਗਾਲਾਂ ਕੱਢਦਾ ਉਸ ਵੱਲ ਇੰਝ ਵਧਿਆ ਕਿ ਜੇ ਉਹਦੀ ਘਰ ਵਾਲੀ ਉਹਦੇ ਪੈਰੀ ਨਾ ਪੈਂਦੀ ਤਾਂ ਕੁੜੀ ਨੂੰ ਚੁੱਕ ਕੰਧ ਉੱਪਰੋਂ ਗਲੀ 'ਚ ਸੁੱਟ ਦਿੰਦਾ। ਉੱਲੂ ਦੀ ਪੱਠੀ, ਉਸ ਦਿਨ ਉਹਨੇ ਕੜਕ ਕੇ ਕਿਹਾ ਸੀ। ਸੁਣਿਆ ਤਾਂ ਇਹੀ ਸੀ ਵੀ ਕੁੜੀਆਂ ਚੁੱਕੀਆਂ ਜਾ ਰਹੀਆਂ ਨੇ, ਪਰ ਇੱਥੇ ਮੁਸ਼ਟੰਡੀ ਸਾਡੇ ਨਾਲ ਚਿੰਬੜੀ ਬੈਠੀ ਏ। ਚਲਾ ਗਿਆ 5 ਸਾਲ ਦਾ ਸਾਡਾ ਕਰਤਾਰਾ, ਜਿਸ ਨੂੰ ਹੁਣ ਤੱਕ ਨੱਕ ਪੂੰਝਣਾ ਵੀ ਨਹੀਂ ਸੀ ਆਉਂਦਾ। ਅਜਬ ਹਨੇਰੇ ਯਾਰੋ। ਇਸ ਘਟਨਾ ਪਿੱਛੋਂ ਅਮਰ ਨੇ ਅਖਤਰ ਤੇ ਹੱਥ ਤਾਂ ਖੈਰ ਕਦੀ ਨਹੀਂ ਚੁੱਕਿਆ, ਪਰ ਉਹਦੀ ਨਫ਼ਰਤ ਰਹਿ ਗਈ। ਇੱਕ ਦਿਨ ਅਖਤਰ ਨੂੰ ਤੇਜ਼ ਬੁਖਾਰ ਚੜ੍ਹ ਗਿਆ। ਪਰਮੇਸ਼ਰ ਵੈਦ ਕੋਲ ਗਿਆ ਤੇ ਉਹਦੇ ਚਲੇ ਜਾਣ ਦੇ ਕੁਝ ਹੀ ਦੇਰ ਬਾਅਦ ਹੀ ਬੀਵੀ ਗੁਆਂਢਣ ਤੋਂ ਪੀਸੀ ਹੋਈ ਸੌਂਫ ਮੰਗਣ ਟੁਰ ਗਈ। ਅਖਤਰ ਨੂੰ ਤ੍ਰੇਹ ਲੱਗੀ। ਪਾਣੀ ਉਸ ਮੰਗਿਆ। ਫਿਰ ਕੁਝ ਚਿਰ ਪਿੱਛੋਂ ਲਾਲ ਸੁੱਜੀਆਂ ਅੱਖਾਂ ਖੋਲੀਆਂ, ਇੱਧਰ ਉੱਧਰ ਤੱਕਿਆ ਤੇ ਪਾਣੀ ਦਾ ਸ਼ਬਦ ਇੱਕ ਕਰਾਹ ਬਣ ਕੇ ਉਹਦੇ ਗਲੇ 'ਚੋਂ ਨਿਕਲਿਆ। ਕੁਝ ਦੇਰ ਮਗਰੋਂ ਰਜਾਈ ਨੂੰ ਇੱਕ ਬੰਨੇ ਸੁੱਟ ਕੇ ਉੱਠ ਬੈਠਾ। ਅਮਰ ਸਾਹਮਣੇ ਦੇਹਲੀ 'ਚ ਬੈਠੀ ਖਜੂਰ ਦੇ ਪੱਤਿਆਂ ਦੀ ਚੰਗੇਰ ਬਣਾ ਰਹੀ ਸੀ। ਪਾਣੀ ਦੇ, ਅਖਤਰ ਨੇ ਉਹਨੂੰ ਡਾਂਟਿਆ। ਅਮਰ ਨੇ ਭਰਵੱਟੇ ਸੁਕੇੜ ਕੇ ਘੂਰ ਕੇ ਵੇਖਿਆ ਤੇ ਫਿਰ ਆਪਣੇ ਕੰਮ 'ਚ ਰੁੱਝ ਗਈ। ਅਖਤਰ ਫਿਰ ਚੀਕਿਆ, ਪਾਣੀ ਦੇਣੀ ਹੈ ਕਿ ਨਹੀਂ? ਪਾਣੀ ਦੇ, ਨਹੀਂ ਤੇ ਮੈਂ ਮਰਾਂਗਾ, ਨਹੀਂ ਤੇ ਮੈਂ ਮਾਰਾਂਗਾ। ਅਮਰ ਨੇ ਹੁਣ ਤਾਂ ਉਸ ਵੱਲ ਤੱਕਿਆ ਵੀ ਨਾ, ਬੋਲੀ, ਮਾਰ ਤਾਂ ਸਹੀ, ਤੂੰ ਕਰਤਾਰਾ ਤਾਂ ਨਹੀਂ ਕਿ ਮੈਂ ਤੇਰੀ ਮਾਰ ਸਹਿ ਲਾਂਗੀ। ਮੈਂ ਤੇਰੀ ਬੋਟੀ ਬੋਟੀ ਕਰ ਦਿਆਂਗੀ। ਅਖਤਰ ਬਿਲਕ ਬਿਲਕ ਕੇ ਰੋਣ ਲੱਗਾ ਤੇ ਅੱਜ ਢੇਰ ਸਮੇਂ ਪਿੱਛੋਂ ਉਸ ਆਪਣੀ ਅੰਮਾ ਨੂੰ ਯਾਦ ਕੀਤਾ। ਤੇ ਜਦ ਪਰਮੇਸ਼ਰ ਦਵਾ ਲੈ ਕੇ ਆਇਆ, ਪਤਨੀ ਵੀ ਪੀਸੀ ਹੋਈ ਸੌਂਫ ਲੈ ਕੇ ਆ ਗਈ ਤਾਂ ਅਖਤਰ ਨੇ ਰੋਂਦੇ ਰੋਂਦੇ ਬੁਰੀ ਹਾਲਤ ਬਣਾ ਰਹੀ ਸੀ ਤੇ ਉਹ ਸਿਸਕ ਕੇ ਕਹਿ ਰਿਹਾ ਸੀ, ਮੈਂ ਤਾਂ ਹੁਣ ਅੰਮਾ ਕੋਲ ਚਲਾ ਜਾਵਾਂਗਾ। ਇਹ ਅਮਰੋ ਸੂਰ ਦੀ ਬੱਚੀ ਪਾਣੀ ਵੀ ਨਹੀਂ ਪਿਆਉਂਦੀ, ਮੈਂ ਤੇ ਅੰਮਾ ਪਾਸ ਚਲਾ ਜਾਵਾਂਗਾ। ਪਰਮੇਸ਼ਰ ਨੇ ਅਮਰ ਵੱਲ ਗੁੱਸੇ ਨਾਲ ਵੇਖਿਆ। ਉਹ ਰੋਂਦਿਆਂ ਮਾਂ ਨੂੰ ਕਹਿ ਰਹੀ ਸੀ, ਕਿਉਂ ਪਾਣੀ ਪਿਆਉਂਦੀ? ਕਰਤਾਰਾ ਵੀ ਤੇ ਇੰਝ ਹੀ ਪਾਣੀ ਮੰਗ ਰਿਹਾ ਹੋਏਗਾ ਕਿਸੇ ਤੋਂ। ਕਿਸੇ ਨੂੰ ਉਸ ਉੱਤੇ ਤਰਸ ਨਾ ਆਏ ਤਾਂ ਸਾਨੂੰ ਕਿਉਂ ਤਰਸ ਆਏ ਇਸ ਤੇ? ਹਾਂ। ਪਰਮੇਸ਼ਰ ਅਖਤਰ ਵੱਲ ਵਧਿਆ ਤੇ ਆਪਣੀ ਬੀਵੀ ਵੱਲ ਇਸ਼ਾਰਾ ਕਰਕੇ ਬੋਲਿਆ, ਇਹ ਵੀ ਤੇਰੀ ਅੰਮਾ ਹੈ ਬੇਟੇ? ਨਹੀਂ, ਅਖਤਰ ਬੜੇ ਗੁੱਸੇ 'ਚ ਬੋਲਿਆ, ਇਹ ਤਾਂ ਸਿੱਖ ਹੈ। ਮੇਰੀ ਅੰਮਾ ਤਾਂ 5 ਵੇਲੇ ਨਮਾਜ਼ ਪੜ੍ਹਦੀ ਏ ਤੇ ਬਿਸਮਿਲ੍ਲਾ ਕਹਿ ਕੇ ਪਾਣੀ ਪਿਲਾਉਂਦੀ ਏ। ਪਰਮੇਸ਼ਰ ਦੀ ਘਰ ਦੀ ਤੁਰੰਤ ਇੱਕ ਕੌਲਾ ਪਾਣੀ ਭਰ ਲਿਆਈ ਤਾਂ ਅਖਤਰ ਨੇ ਕੌਲਾ ਫੜ ਹੱਥੋਂ ਸੁੱਟ ਦਿੱਤਾ ਤੇ ਚੀਕਿਆ, ਮੈਂ ਤੇਰੇ ਹੱਥਾਂ ਦਾ ਨਹੀਂ ਪੀਵਾਂਗਾ। ਤੂੰ ਤਾਂ ਅਮਰ ਕੌਰ ਸੂਰ ਦੀ ਬੱਚੀ ਦੀ ਅੰਮਾ ਏ, ਮੈਂ ਤਾਂ ਪਰਮੂ ਦੇ ਹੱਥਾਂ ਤੋਂ ਪੀਵਾਂਗਾ। ਇਹ ਵੀ ਤਾਂ ਸੂਰ ਦੀ ਬੱਚੀ ਦਾ ਬਾਪ ਏ, ਅਮਰ ਨੇ ਗੁੱਸੇ ਨਾਲ ਕਿਹਾ। ਤਾਂ ਹੋਵੇ ਬੇਸ਼ੱਕ, ਅਖਤਰ ਬੋਲਿਆ, ਤੈਨੂੰ ਇਸ ਨਾਲ ਕੀ? ਪਰਮੇਸ਼ਰ ਦੇ ਚਿਹਰੇ ਉੱਤੇ ਅਜੀਬ ਧੁੱਪ ਛਾਂ ਜੀ ਪੈਦਾ ਹੋ ਗਈ। ਉਹ ਅਖਤਰ ਦੇ ਮੁਤਾਲਬੇ ਉੱਤੇ ਮੁਸਕਾਇਆ ਵੀ ਤੇ ਰੋਇਆ ਵੀ। ਫਿਰ ਉਹਨੇ ਅਖਤਰ ਨੂੰ ਪਾਣੀ ਪਿਲਾਇਆ, ਮੱਥੇ ਨੂੰ ਚੁੰਮਿਆ, ਪਿੱਠ ਤੇ ਹੱਥ ਫੇਰਿਆ, ਬਿਸਤਰੇ 'ਚ ਲਟਾ ਕੇ ਉਹਦੇ ਸਿਰ ਨੂੰ ਹੌਲੀ ਹੌਲੀ ਪਲੋਸਦਾ ਰਿਹਾ। ਕਿਧਰੇ ਸ਼ਾਮੀ ਉਹਦਾ ਕ੍ਰੋਧ ਠੰਡਾ ਹੋਇਆ। ਉਦੋਂ ਤਾਈ ਅਖਤਰ ਦਾ ਬੁਖਾਰ ਵੀ ਲੱਥ ਚੁੱਕਾ ਸੀ ਤੇ ਉਹ ਬੜੇ ਮਜ਼ੇ ਨਾਲ ਸੌਂ ਰਿਹਾ ਸੀ। ਅੱਜ ਬਹੁਤ ਸਮੇਂ ਬਾਅਦ ਰਾਤ ਨੂੰ ਪਰਮੇਸ਼ਰ ਸਿੰਘ ਭੜਕ ਉੱਠਿਆ ਤੇ ਹੌਲੀ ਜੀ ਕਿਹਾ, ਭਗਵਾਨ ਨੇ ਸੁਣਨੀ ਏ? ਸੁਣ ਰਹੀ ਏ? ਇੱਥੇ ਕੋਈ ਚੀਜ਼ ਕੁਰਾਨ ਪੜ੍ਹ ਰਹੀ ਏ। ਪਤਨੀ ਨੇ ਪਹਿਲਾਂ ਤਾਂ ਉਹਨੂੰ ਪੁਰਾਣੀ ਆਦਤ ਕਹਿ ਕੇ ਟਾਲਣਾ ਚਾਹਿਆ, ਫਿਰ ਇੱਕਦਮ ਘਬਰਾ ਕੇ ਉੱਠੀ ਤੇ ਅਮਰ ਦੇ ਮੰਜੇ ਵੱਲ ਹੱਥ ਵਧਾ ਕੇ ਉਹਨੂੰ ਹੌਲੀ ਹੌਲੀ ਹਿਲਾ ਕੇ ਆਹਿਸਤਾ ਨਾਲ ਬੋਲੀ, ਬੇਟੀ? ਜੀ ਹਾਂ ਮਾਂ। ਅਮਰ ਘਬਰਾ ਗਈ। ਉਸ ਉਹਦੇ ਕੰਨ 'ਚ ਕਿਹਾ, ਸੁਣੋ ਤਾਂ ਸੱਚਮੁੱਚ ਕੋਈ ਚੀਜ਼ ਕੁਰਾਨ ਪੜ੍ਹ ਰਹੀ ਹੈ। ਇੱਕ ਪਲ ਦਾ ਸਨਾਟਾ ਬੜਾ ਹੀ ਭਿਆਨਕ ਸੀ। ਅਮਰ ਦੀ ਚੀਖ ਉਸ ਨਾਲੋਂ ਵੀ ਜ਼ਿਆਦਾ ਦਰਦਨਾਕ ਤੇ ਫਿਰ ਅਖਤਰ ਦੀ ਚੀਖ ਹੋਰ ਵੀ ਵਧੇਰੇ ਖੌਫਨਾਕ ਸੀ। ਕੀ ਹੋਇਆ ਬੇਟਾ? ਪਰਮੇਸ਼ਰ ਸਿੰਘ ਤੜਪ ਕੇ ਉੱਠ ਤੇ ਅਖਤਰ ਦੇ ਮੰਜੇ ਕੋਲ ਆ ਕੇ ਉਹਨੂੰ ਛਾਤੀ ਨਾਲ ਲਾ ਲਿਆ। ਡਰ ਗਿਆ ਬੇਟਾ? ਹਾਂ। ਅਖਤਰ ਰਜਾਈ 'ਚੋਂ ਸਿਰ ਕੱਢ ਕੇ ਬੋਲਿਆ। ਕੋਈ ਚੀਕਿਆ ਸੀ? ਅਮਰ ਕੌਰ ਚੀਕੀ ਸੀ। ਪਰਮੇਸ਼ਰ ਨੇ ਕਿਹਾ, ਅਸੀਂ ਸਾਰੇ ਇਉਂ ਸਮਝੇ ਜਿਵੇਂ ਕੋਈ ਚੀਜ਼ ਇੱਥੇ ਕੁਰਾਨ ਪੜ੍ਹ ਰਹੀ ਹੋਵੇ। ਮੈਂ ਪੜ੍ਹ ਰਿਹਾ ਸਾਂ, ਅਖਤਰ ਬੋਲਿਆ। ਹੁਣ ਵੀ ਅਮਰ ਦੇ ਮੂੰਹ 'ਚੋਂ ਹਲਕੀ ਜਿਹੀ ਚੀਕ ਨਿਕਲ ਗਈ। ਘਰ ਦੀ ਨੇ ਜਲਦੀ ਚਿਰਾਗ ਜਗਾ ਦਿੱਤਾ ਤੇ ਅਮਰ ਦੇ ਮੰਜੇ ਤੇ ਬੈਠ ਕੇ ਦੋਵੇਂ ਅਖਤਰ ਨੂੰ ਇੰਝ ਵੇਖਣ ਲੱਗੀਆਂ ਜਿਵੇਂ ਉਹ ਹੁਣੇ ਧੂੰਆਂ ਬਣ ਕੇ ਦਰਵਾਜ਼ੇ ਦੀਆਂ ਚੀਥਾਂ ਵਿੱਚੋਂ ਉੱਡ ਜਾਏਗਾ ਤੇ ਬਾਹਰੋਂ ਡਰਾਉਣੀ ਆਵਾਜ਼ ਆਏਗੀ, ਮੈਂ ਜਿੰਨ ਨਾ, ਮੈਂ ਕੱਲ ਫੇਰ ਆਵਾਂਗਾ ਤੇ ਕੁਰਾਨ ਪੜਾਂਗਾ। ਕੀ ਪੜ੍ਹ ਰਹੇ ਸੋ ਭਲਾ? ਪਰਮੇਸ਼ਰ ਨੇ ਪੁੱਛਿਆ। ਅਖਤਰ ਨੇ ਆਖਿਆ, ਹਾਂ ਬੜੇ ਸ਼ੌਕ ਨਾਲ। ਕੁਲ ਹੂ ਅੱਲਾ ਅਹਿਦ ਪੜਨ ਲੱਗਾ। ਕਫੋਨ ਅਹਿਦ ਤੱਕ ਪਹੁੰਚ ਕੇ ਉਹਨੇ ਆਪਣੇ ਗਲੇ 'ਚ ਛੂਹ ਕੀਤੀ ਤੇ ਫਿਰ ਪਰਮੇਸ਼ਰ ਸਿੰਘ ਵੱਲ ਮੁਸਕਰਾ ਕੇ ਦੇਖਦੇ ਬੋਲਿਆ, ਤੇਰੇ ਸੀਨੇ ਉੱਤੇ ਵੀ ਛੂਹ ਕਰ ਦਿਆਂ? ਹਾਂ।
ਪਰਮੇਸ਼ਰ ਨੇ ਗਲੇ ਦਾ ਬਟਨ ਖੋਲ ਦਿੱਤਾ ਤੇ ਅਖਤਰ ਨੇ ਛੂ ਕਰ ਦਿੱਤੀ। ਹੁਣ ਅਮਰ ਨੇ ਬੜੀ ਮੁਸ਼ਕਿਲ ਨਾਲ ਚੀਕ ਉੱਤੇ ਕਾਬੂ ਪਾਇਆ। ਪਰਮੇਸ਼ਰ ਬੋਲਿਆ, ਕੀ ਨੀਂਦਰ ਨਹੀਂ ਆਉਂਦੀ ਪਈ? ਹਾਂ, ਅਖਤਰ ਆਖਣ ਲੱਗਾ। ਅੰਮਾ ਯਾਦ ਆ ਗਈ। ਅੰਮਾ ਕਹਿੰਦੀ ਏ ਨੀਂਦ ਨਾ ਆਵੇ ਤਾਂ 3 ਵਾਰ ਕੁਲ ਹੂ ਅੱਲਾ ਪੜੋ, ਨੀਂਦ ਆ ਜਾਏਗੀ। ਹੁਣ ਆ ਰਹੀ ਸੀ ਪਰ ਅਮਰ ਨੇ ਡਰਾ ਦਿੱਤਾ। ਫਿਰ ਤੂੰ ਪੜ੍ਹ ਕੇ ਸੌਂ ਜਾਓ। ਪਰਮੇਸ਼ਰ ਕਹਿਣ ਲੱਗਾ, ਰੋਜ਼ ਪੜ੍ਹਿਆ ਕਰ, ਉੱਚੀ ਉੱਚੀ ਪੜ੍ਹਿਆ ਕਰ, ਉਹਨੂੰ ਭੁੱਲਣਾ ਨਹੀਂ। ਤੇਰੀ ਅੰਮਾ ਤੈਨੂੰ ਨਹੀਂ, ਫਿਰ ਅੰਮਾ ਤੇਰੀ ਮਾਰੇਗੀ। ਲਓ ਹੁਣ ਸੌਂ ਜਾਓ। ਉਸ ਅਖਤਰ ਨੂੰ ਲਿਟਾ ਕੇ ਰਜ਼ਾਈ ਨਾਲ ਢੱਕ ਦਿੱਤਾ ਤੇ ਜਦੋਂ ਚਿਰਾਗ ਬੁਝਾਉਣ ਲਈ ਵਧਿਆ ਤਾਂ ਅਮਰ ਬੋਲੀ, ਨਹੀਂ ਨਹੀਂ ਪਾਪਾ, ਬੁਝਾਓ ਨਾ, ਡਰ ਲੱਗਦਾ। ਡਰ ਲੱਗਦਾ? ਪਰਮੇਸ਼ਰ ਨੇ ਹੈਰਾਨ ਹੋ ਕੇ ਪੁੱਛਿਆ, ਕਿਸ ਤੋਂ ਡਰ ਲੱਗਦਾ? ਜਗਦਾ ਰਵੇ ਕੀ ਏ? ਪਤਨੀ ਬੋਲੀ। ਪਰਮੇਸ਼ਰ ਦੀਵਾ ਬੁਝਾ ਕੇ ਹੱਸ ਪਿਆ। ਕਮਲੀਆਂ, ਚੁੜੇਲਾਂ, ਰਾਤ ਦੇ ਹਨੇਰੇ ਚ ਅਖਤਰ ਹੌਲੀ ਹੌਲੀ ਕੁਲ ਹੂ ਅੱਲਾ ਪੜ੍ਹਦਾ ਰਿਹਾ ਤੇ ਫਿਰ ਕੁਝ ਦੇਰ ਬਾਅਦ ਉਹ ਛੋਟੇ ਛੋਟੇ ਕੁਰਾੜੇ ਮਾਰਨ ਲੱਗ ਪਿਆ। ਪਰਮੇਸ਼ਰ ਸਿੰਘ ਵੀ ਸੌਂ ਗਿਆ ਤੇ ਉਹਦੀ ਘਰਵਾਲੀ ਵੀ। ਪਰ ਅਮਰ ਰਾਤ ਭਰ ਕੱਚੀ ਨੀਂਦ 'ਚ ਗੁਆਂਢ ਦੀ ਮਸਜਿਦ ਤੋਂ ਬਾਂਗ ਸੁਣਦੀ ਰਹੀ ਤੇ ਡਰਦੀ ਰਹੀ। ਹੁਣ ਅਖਤਰ ਦੇ ਕੇਸ ਅੱਛੇ ਖਾਸੇ ਵੱਧ ਗਏ ਸਨ। ਛੋਟੇ ਜਿਹੇ ਜੂੜੇ 'ਚ ਕੰਘਾ ਵੀ ਅਟਕ ਜਾਂਦਾ ਸੀ। ਪਿੰਡ ਵਾਲਿਆਂ ਵਾਂਗ ਘਰਵਾਲੀ ਵੀ ਉਹਨੂੰ ਕਰਤਾਰਾ ਆਖਣ ਲੱਗ ਪਈ ਸੀ ਤੇ ਉਸ ਨਾਲ ਕਾਫੀ ਪ੍ਰੇਮ ਪਿਆਰ ਨਾਲ ਪੇਸ਼ ਆਉਂਦੀ ਸੀ। ਪਰ ਅਮਰ ਅਖਤਰ ਨੂੰ ਇੰਝ ਵੇਖਦੀ ਸੀ ਜਿਵੇਂ ਉਹ ਕੋਈ ਬਹਿਰੂਪੀਆ ਹੋਵੇ। ਹੁਣੇ ਉਹ ਪਗੜੀ ਤੇ ਕੇਸ ਲਾ ਕੇ ਸੁੱਟ ਦੇਗਾ ਤੇ ਕੁਲ ਹੂ ਅੱਲਾ ਪੜ੍ਹਦਾ ਹੋਇਆ ਗਾਇਬ ਹੋ ਜਾਏਗਾ। ਇੱਕ ਦਿਨ ਪਰਮੇਸ਼ਰ ਬੜੀ ਕਾਹਲੀ ਨਾਲ ਘਰ ਆਇਆ ਤੇ ਸਾਹੋ ਸਾਈ ਹੋਈ ਆਪਣੀ ਘਰ ਦੀ ਤੋਂ ਪੁੱਛਿਆ, ਉਹ ਕਿੱਥੇ ਵੇ? ਕੌਣ? ਅਮਰ ਕੌਰ? ਘਰ ਵਾਲੀ ਪੁੱਛਣ ਲੱਗੀ। ਨਹੀਂ, ਕਰਤਾਰਾ। ਨਹੀਂ, ਫਿਰ ਕੁਝ ਸੋਚ ਕੇ ਬੋਲਿਆ, ਹਾਂ ਹਾਂ ਉਹੀ ਕਰਤਾਰਾ। ਬਾਹਰ ਖੇਡਣ ਗਿਆ, ਗਲੀ 'ਚ ਹੋਏਗਾ। ਪਰਮੇਸ਼ਰ ਵਾਪਸ ਦੌੜਿਆ, ਗਲੀ 'ਚ ਜਾ ਕੇ ਨੱਸਣ ਲੱਗਾ। ਬਾਹਰ ਖੇਤਾਂ 'ਚ ਜਾ ਉਹਦੀ ਚਾਲ ਹੋਰ ਵੀ ਤੇਜ਼ ਹੋ ਗਈ। ਫਿਰ ਦੂਰ ਗਿਆਨ ਸਿੰਘ ਦੇ ਕਮਾਦ ਕੋਲ ਕੁਝ ਮੁੰਡੇ ਕੌਡੀ ਖੇਡਦੇ ਨਜ਼ਰ ਆਏ। ਖੇਤ ਦੀ ਵੱਟ ਤੋਂ ਦੇਖਿਆ ਅਖਤਰ ਨੇ ਇੱਕ ਮੁੰਡੇ ਨੂੰ ਗੋਡਿਆਂ ਹੇਠ ਲਿਆ ਹੋਇਆ ਹੈ। ਮੁੰਡੇ ਦੇ ਬੁੱਲ੍ਹਾਂ 'ਚੋਂ ਖੂਨ ਵਗ ਰਿਹਾ ਪਰ ਅਜੇ ਵੀ ਕੌਡੀ ਦੀ ਰੱਟ ਜਾਰੀ ਹੈ। ਫਿਰ ਉਹ ਹਾਰ ਮੰਨ ਲਈ ਤੇ ਜਦੋਂ ਅਖਤਰ ਦੀ ਗ੍ਰਿਫਤ 'ਚ ਛੁੱਟਿਆ ਤਾਂ ਆਖਿਆ, ਕਿਉਂ ਇਹ ਕਰਤਾਰੂ, ਤੂੰ ਮੇਰੇ ਮੂੰਹ ਉੱਤੇ ਗੋਡਾ ਕਿਉਂ ਮਾਰਿਆ? ਚੰਗਾ ਕੀਤਾ ਜੋ ਮਾਰਿਆ, ਅਖਤਰ ਆਕੜ ਕੇ ਬੋਲਿਆ ਤੇ ਖਿਲਰੇ ਹੋਏ ਵਾਲ ਸੰਭਾਲੂ ਉਹਨਾਂ 'ਚ ਕੰਘਾ ਵਸਾਉਣ ਲੱਗ ਪਿਆ। ਤੇਰੇ ਰਸੂਲ ਨੇ ਤੈਨੂੰ ਇਹੀ ਸਮਝਾਇਆ? ਮੁੰਡੇ ਨੇ ਵਿਅੰਗ ਨਾਲ ਪੁੱਛਿਆ। ਅਖਤਰ ਕੁਝ ਪਲਾਂ ਲਈ ਚੱਕਰਾ ਗਿਆ ਤੇ ਫਿਰ ਸੋਚ ਕੇ ਕਿਹਾ, ਕੀ ਤੇਰੇ ਗੁਰੂ ਨੇ ਤੈਨੂੰ ਇਹੀ ਸਮਝਾਇਆ? ਮੁਸਲਾ, ਲੜਕੇ ਨੇ ਗਾਲ ਦਿੱਤੀ। ਸਿੱਖੜਾ, ਅਖਤਰ ਨੇ ਮੋੜਾ ਦਿੱਤਾ। ਸਾਰੇ ਮੁੰਡੇ ਅਖਤਰ ਉੱਤੇ ਟੁੱਟ ਪਏ ਪਰ ਪਰਮੇਸ਼ਰ ਦੀ ਇੱਕੋ ਲਲਕਾਰ ਨਾਲ ਮੈਦਾਨ ਸਾਫ਼ ਸੀ। ਉਸ ਅਖਤਰ ਦੀ ਪਗੜੀ ਬੰਨੀ ਤੇ ਇੱਕ ਪਾਸੇ ਲਿਜਾ ਕੇ ਆਖਣ ਲੱਗਾ, ਸੁਣ ਪੁੱਤਰ, ਮੇਰੇ ਕੋਲ ਰਹਿਣਾ ਹੈ ਕਿ ਅੰਮੀ ਕੋਲ ਜਾਏਗਾ? ਮੁੰਡਾ ਕੋਈ ਫੈਸਲਾ ਨਾ ਲੈ ਸਕਿਆ। ਕੁਝ ਦੇਰ ਤੱਕ ਪਰਮੇਸ਼ਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਖਲੋਤਾ ਰਿਹਾ। ਫਿਰ ਮੁਸਕਰਾਉਂਦਾ ਆਖਣ ਲੱਗਾ, ਅੰਮਾ ਕੋਲ ਜਾਊਂਗਾ। ਮੇਰੇ ਕੋਲ ਨਹੀਂ ਰਹੋਗੇ? ਪਰਮੇਸ਼ਰ ਦਾ ਰੰਗ ਇੰਜ ਲਾਲ ਹੋ ਗਿਆ ਜਿਵੇਂ ਰੋਣ ਹੀ ਵਾਲਾ ਹੋਵੇ। ਤੁਹਾਡੇ ਕੋਲ ਹੀ ਰਵਾਂਗਾ। ਅਖਤਰ ਨੇ ਬੁਝਾਰਤ ਦਾ ਹੱਲ ਪੇਸ਼ ਕਰ ਦਿੱਤਾ। ਪਰਮੇਸ਼ਰ ਨੇ ਉਹਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ ਤੇ ਜੋ ਹੰਝੂ ਮਾਯੂਸੀ ਨੇ ਅੱਖਾਂ 'ਚ ਜਮ੍ਹਾਂ ਕੀਤੇ ਸਨ, ਖੁਸ਼ੀ ਦੇ ਅਥਰੂ ਬਣ ਕੇ ਟਪਕ ਪਏ। ਕਹਿਣ ਲੱਗਾ, ਦੇਖ ਬੇਟੇ, ਅਖਤਰ ਪੁੱਤਰ, ਅੱਜ ਇੱਥੇ ਫੌਜ ਆ ਰਹੀ ਹੈ। ਇਹ ਫੌਜੀ ਤੈਨੂੰ ਮੇਰੇ ਕੋਲੋਂ ਖੋਹਣ ਲਈ ਆ ਰਹੇ ਨੇ, ਸਮਝਿਆ? ਤੂੰ ਕਿਧਰੇ ਲੁਕ ਜਾ, ਫਿਰ ਜਦੋਂ ਚਲੇ ਜਾਣਗੇ ਮੈਂ ਤੈਨੂੰ ਲੈ ਆਵਾਂਗਾ। ਪਰਮੇਸ਼ਰ ਨੂੰ ਉਸ ਵੇਲੇ ਦੂਰੋਂ ਧੂੜ ਦਾ ਫੈਲਦਾ ਹੋਇਆ ਵਾਵਰੋਲਾ ਵਿਖਾਈ ਦਿੱਤਾ। ਪੈਲੀ ਦੀ ਉੱਚੀ ਵੱਟ ਤੇ ਚੜ੍ਹ ਕੇ ਉਸ ਵਾਵਰੋਲੇ ਨੂੰ ਬੜੇ ਗੌਰ ਨਾਲ ਵਾਚਿਆ ਤੇ ਅਚਾਨਕ ਤੜਪ ਕੇ ਬੋਲਿਆ, ਫੌਜੀਆਂ ਦੀ ਲਾਰੀ ਆ ਗਈ। ਉਹ ਖੇਤ ਦੇ ਬੰਨੇ ਤੋਂ ਥੱਲੇ ਆ ਗਿਆ, ਕਮਾਦ ਦੀ ਪੈਲੀ ਦਾ ਪੂਰਾ ਚੱਕਰ ਕੱਢਿਆ। ਗਿਆਨਿਆ, ਉਹ ਗਿਆਨ ਸਿੰਘਾ, ਉਹਨੇ ਆਵਾਜ਼ ਦਿੱਤੀ। ਗਿਆਨ ਸਿੰਘ ਕਮਾਦ 'ਚੋਂ ਬਾਹਰ ਨਿਕਲਿਆ। ਉਹਦੇ ਇੱਕ ਹੱਥ 'ਚ ਦਾਤਰੀ, ਦੂਜੇ 'ਚ ਥੋੜ੍ਹਾ ਜਿਹਾ ਘਾਹ ਸੀ। ਪਰਮੇਸ਼ਰ ਉਹਨੂੰ ਇੱਕ ਪਾਸੇ ਲੈ ਗਿਆ, ਕੋਈ ਗੱਲ ਸਮਝਾਈ ਤੇ ਫਿਰ ਦੋਵੇਂ ਅਖਤਰ ਕੋਲ ਆ ਗਏ। ਗਿਆਨ ਨੇ ਖੇਤ 'ਚੋਂ ਇੱਕ ਗੰਨਾ ਪੁੱਟਿਆ, ਦਾਤਰੀ ਨਾਲ ਉਹਦਾ ਆਗ ਲਾਇਆ ਤੇ ਛਿੱਲ ਕੇ ਅਖਤਰ ਨੂੰ ਦਿੰਦਾ ਹੋਇਆ ਆਖਣ ਲੱਗਾ, ਹਾਂ ਬਈ ਕਰਤਾਰੇ, ਤੂੰ ਮੇਰੇ ਕੋਲ ਬੈਠ ਕੇ ਗੰਨਾ ਚੁੱਪ, ਜਦ ਤਾਈਂ ਫੌਜੀ ਇੱਥੋਂ ਚੱਲੇ ਨਾ ਜਾਣ। ਅੱਛਾ ਖਾਸਾ ਬਣਿਆ ਬਣਾਇਆ ਖਾਲਸਾ ਹਥਿਆਉਣ ਆਏ ਨੇ। ਪਰਮੇਸ਼ਰ ਅਖਤਰ ਨੂੰ ਆਖਣ ਲੱਗਾ, ਪੁੱਤਰ ਮੈਂ ਜਾਵਾਂ? ਅਖਤਰ ਨੇ ਦੰਦਾਂ 'ਚ ਗੰਨੇ ਦੀ ਪੂਰੀ ਚੂਸਦੇ ਹੋਏ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਤੇ ਪਰਮੇਸ਼ਰ ਸਿੰਘ ਪਿੰਡ ਵੱਲ ਨੂੰ ਵਾਹੋਦਾਈ ਭੱਜ ਉੱਠਿਆ, ਕਿਉਂ ਜੋ ਵਾਵਰੋਲਾ ਪਿੰਡ ਦੇ ਨੇੜੇ ਢੁੱਕਦਾ ਆ ਰਿਹਾ ਸੀ। ਘਰ ਜਾ ਉਸ ਪਤਨੀ ਤੇ ਧੀ ਨੂੰ ਦੱਸਿਆ, ਫਿਰ ਭੱਜਾ ਗ੍ਰੰਥੀ ਕੋਲ ਗਿਆ, ਉਹਦੇ ਨਾਲ ਗੱਲ ਕੀਤੀ, ਇੱਧਰ ਉੱਧਰ ਲੋਕਾਂ ਨੂੰ ਸਮਝਾਉਂਦਾ ਰਿਹਾ। ਜਦ ਫੌਜੀਆਂ ਦੀ ਲਾਰੀ ਗੁਰਦੁਆਰੇ ਤੋਂ ਦੂਜੇ ਬੰਨੇ ਖੇਤ ਵੱਲ ਰੁਕ ਗਈ, ਸਾਰੇ ਫੌਜੀ ਤੇ ਪੁਲਿਸ ਵਾਲੇ ਗ੍ਰੰਥੀ ਕੋਲ ਆ ਗਏ। ਉਹਨਾਂ ਦੇ ਨਾਲ ਪਿੰਡ ਦਾ ਨੰਬਰਦਾਰ ਵੀ ਸੀ।
ਮੁਸਲਮਾਨ ਕੁੜੀਆਂ ਬਾਬਤ ਪੁੱਛ-ਗਿੱਛ ਹੁੰਦੀ ਰਹੀ। ਗ੍ਰੰਥੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਆਖਿਆ, ਇਸ ਪਿੰਡ 'ਚ ਕੋਈ ਵੀ ਮੁਸਲਮਾਨ ਲੜਕੀ ਨਹੀਂ। ਮੁੰਡੇ ਦੀ ਗੱਲ ਹੋ ਰਹੀ। ਕਿਸੇ ਨੇ ਪਰਮੇਸ਼ਰ ਦੇ ਕੰਨ ਵਿੱਚ ਹੌਲੀ ਜਿਹੀ ਘੁਸਰ-ਮੁਸਰ ਕੀਤੀ। ਆਸ-ਪਾਸ ਦੇ ਸਿੱਖ ਸਮੇਤ ਪਰਮੇਸ਼ਰ ਹੌਲੀ ਜਿਹੀ ਮੁਸਕਰਾਉਣ ਲੱਗ ਪਏ। ਫਿਰ ਇੱਕ ਫੌਜੀ ਅਫਸਰ ਨੇ ਪਿੰਡ ਵਾਲਿਆਂ ਦੇ ਸਾਹਮਣੇ ਤਕਰੀਰ ਕੀਤੀ। ਉਸ ਮਮਤਾ ਉੱਤੇ ਬੜਾ ਬਲ ਦਿੱਤਾ ਜੋ ਮਾਵਾਂ ਦੇ ਦਿਲਾਂ 'ਚ ਉਹਨਾਂ ਵੇਲਿਆਂ 'ਚ ਟੀਸ ਬਣ ਕੇ ਰਹਿ ਗਈ, ਜਿਨ੍ਹਾਂ ਦੀਆਂ ਧੀਆਂ ਵਿਛੜ ਗਈਆਂ ਸਨ। ਉਹਨਾਂ ਭਰਾਵਾਂ ਤੇ ਪਤੀਆਂ ਦੇ ਪਿਆਰ ਦੀ ਬੜੀ ਦਰਦਨਾਕ ਤਸਵੀਰ ਖਿੱਚੀ, ਜਿਨ੍ਹਾਂ ਦੀਆਂ ਭੈਣਾਂ ਤੇ ਵਹੁਟੀਆਂ ਉਹਨਾਂ ਕੋਲੋਂ ਖੋਹੀਆਂ ਗਈਆਂ ਸਨ। ਮਜ਼ਹਬ ਦਾ ਕੀ ਹੈ ਦੋਸਤੋ? ਦੁਨੀਆ ਦਾ ਹਰ ਮਜ਼ਹਬ ਇਨਸਾਨ ਨੂੰ ਇਨਸਾਨ ਬਣਨਾ ਸਿਖਾਉਂਦਾ ਹੈ, ਤੇ ਤੁਸੀਂ ਮਜ਼ਹਬ ਦਾ ਨਾਂ ਲੈ ਕੇ ਇਨਸਾਨ ਨੂੰ ਇਨਸਾਨ ਤੋਂ ਚੁਰਾ ਲੈਂਦੇ ਹੋ, ਉਹਨਾਂ ਦੀ ਆਬਰੂ ਲੁੱਟਦੇ ਹੋ ਤੇ ਕਹਿੰਦੇ ਹੋ ਕਿ ਅਸੀਂ ਸਿੱਖ ਹਾਂ, ਮੁਸਲਮਾਨ ਹਾਂ, ਹਿੰਦੂ ਹਾਂ, ਅਸੀਂ ਗੁਰੂ ਜੀ ਦੇ ਸ਼ਰਧਾਲੂ ਹਾਂ, ਅਸੀਂ ਰਸੂਲ ਦੇ ਗੁਲਾਮ ਹਾਂ, ਉਸਨੇ ਕਿਹਾ ਸੀ। ਤਕਰੀਰ ਤੋਂ ਬਾਅਦ ਇਕੱਠ ਵਿਛੜਨ ਲੱਗਾ। ਫੌਜੀਆਂ ਦੇ ਅਫਸਰ ਨੇ ਗ੍ਰੰਥੀ ਦਾ ਸ਼ੁਕਰੀਆ ਕੀਤਾ, ਉਹਦੇ ਨਾਲ ਹੱਥ ਮਿਲਾਇਆ ਤੇ ਲਾਰੀ ਚਲੀ ਗਈ। ਸਭ ਤੋਂ ਪਹਿਲਾਂ ਗ੍ਰੰਥੀ ਨੇ ਪਰਮੇਸ਼ਰ ਨੂੰ ਵਧਾਈ ਦਿੱਤੀ। ਦੂਜੇ ਲੋਕਾਂ ਨੇ ਉਹਨੂੰ ਘੇਰ ਲਿਆ ਤੇ ਮੁਬਾਰਕਾਂ ਦੇਣ ਲੱਗੇ। ਪਰ ਪਰਮੇਸ਼ਰ, ਜੋ ਫੌਜੀਆਂ ਦੇ ਆਉਣ ਤੋਂ ਪਹਿਲਾਂ ਘਬਰਾ ਰਿਹਾ ਸੀ, ਚਲੇ ਜਾਣ ਤੋਂ ਬਾਅਦ ਵੀ ਲੁੱਟਿਆ ਜਿਹਾ ਭਾਸ ਰਿਹਾ ਸੀ। ਉਹ ਪਿੰਡੋਂ ਹੋ ਕੇ ਗਿਆਨ ਸਿੰਘ ਦੇ ਕਮਾਦ ਵੱਲ ਗਿਆ ਤੇ ਉੱਥੋਂ ਅਖਤਰ ਨੂੰ ਮੋਢੇ ਤੇ ਬਿਠਾ ਘਰ ਲੈ ਆਇਆ। ਰੋਟੀ ਖਵਾਉਣ ਤੋਂ ਬਾਅਦ ਉਹਨੂੰ ਮੰਜੇ ਤੇ ਲਟਾ ਥਾਪੜ ਕੇ ਸੁਆ ਦਿੱਤਾ ਤੇ ਆਪ ਦੇਰ ਤੀਕਰ ਮੰਜੀ ਤੇ ਬੈਠਾ ਰਿਹਾ। ਕਦੀ ਕਦਾਈ ਦਾੜੀ 'ਚ ਖੁਰਕਦਾ, ਕਦੇ ਇੱਧਰ ਉੱਧਰ ਐਵੇਂ ਦੇਖ ਕੇ ਮੁੜ ਸੋਚੀ ਡੁੱਬ ਜਾਂਦਾ। ਗੁਆਂਢੀਆਂ ਦੇ ਕੋਠੇ ਉੱਤੇ ਖੇਡਦਾ ਉਹਨਾਂ ਦਾ ਬੱਚਾ ਅਚਾਨਕ ਜ਼ਾਰ-ਜ਼ਾਰ ਰੋਣ ਲੱਗ ਪਿਆ। ਅੱਡੀ ਫੜ ਕੇ ਬਹਿ ਗਿਆ। ਹਾਏ, ਐਡਾ ਵੱਡਾ ਕੰਡਾ ਖੁੱਭ ਗਿਆ ਪੂਰੇ ਦਾ ਪੂਰਾ। ਉਹਦੀ ਮਾਂ ਨੰਗੇ ਸਿਰੀ ਭੱਜੀ ਗਈ ਤੇ ਉਹਨੂੰ ਗੋਦੀ ਚੁੱਕ ਲਿਆ। ਹੇਠੋਂ ਆਪਣੀ ਧੀ ਨੂੰ ਆਵਾਜ਼ ਮਾਰ, ਸੂਈ ਮੰਗਵਾਈ। ਕੰਡਾ ਕੱਢਣ ਪਿੱਛੋਂ ਬੱਚੇ ਨੂੰ ਬੇਹੱਦ ਝੁੰਮਿਆ। ਪਰਮੇਸ਼ਰ ਨੇ ਘਬਰਾ ਕੇ ਆਪਣੀ ਪਤਨੀ ਤੋਂ ਪੁੱਛਿਆ, ਸੁਣਨੀ ਏ? ਤੈਨੂੰ ਕਰਤਾਰਾ ਹੁਣ ਵੀ ਯਾਦ ਆਉਂਦਾ? ਲਾਹੌਰ ਸੁਣੋ, ਕਰਤਾਰਾ ਤਾਂ ਮੇਰੇ ਕਲੇਜੇ ਦਾ ਸੱਲ ਬਣ ਗਿਆ। ਉਸ ਰੋਂਦਿਆਂ ਜਵਾਬ ਦਿੱਤਾ। ਭਰਾ ਦਾ ਨਾਂ ਸੁਣ ਕੇ ਅਮਰ ਵੀ ਉੱਠ ਕੇ ਮਾਂ ਦੇ ਗੋਡੇ ਮੁੱਢਾ ਬੈਠੀ। ਪਰਮੇਸ਼ਰ ਕਾਹਲੀ ਨਾਲ ਉੱਠਿਆ ਤੇ ਉਹਨੇ ਕੱਚ ਦੇ ਭਾਂਡਿਆਂ ਦਾ ਭਰਿਆ ਥਾਲ ਅਚਾਨਕ ਹੀ ਭੁੰਜੇ ਸੁੱਟ ਦਿੱਤਾ ਤੇ ਭਾਂਡੇ ਚਕਨਾ-ਚੂਰ ਹੋ ਗਏ। ਖਾਓ ਪੀਓ ਤੋਂ ਬਾਅਦ ਉਹ ਅਖਤਰ ਦੀ ਉਂਗਲ ਫੜ ਕੇ ਬਾਹਰ ਵਿਹੜੇ 'ਚ ਲੈ ਆਇਆ ਤੇ ਆਖਿਆ, ਪੁੱਤਰ, ਅੱਜ ਤੇ ਖੂਬ ਨੀਂਦਰਾਂ ਲਾਈਆਂ ਨੇ, ਕਿੰਨੀ ਸੋਹਣੀ ਚਾਨਣੀ ਰਾਤ ਏ, ਆ ਜ਼ਰਾ ਘੁੰਮਣ ਚਲੀਏ। ਮੁੰਡਾ ਤੁਰੰਤ ਮੰਨ ਗਿਆ। ਪਰਮੇਸ਼ਰ ਨੇ ਉਹਨੂੰ ਕੰਬਲ 'ਚ ਲਪੇਟਿਆ, ਮੋਢੇ ਚੁੱਕ ਲਿਆ, ਖੇਤਾਂ 'ਚ ਪੁੱਜ ਆਖਣ ਲੱਗਾ, ਇਹ ਚੰਨ ਜੋ ਪੂਰਬ 'ਚੋਂ ਚੜ੍ਹ ਰਿਹਾ ਹੈ ਨਾ ਪੁੱਤਰ, ਜਦੋਂ ਆਪਣੇ ਸਿਰ ਤੇ ਪੁੱਜੇਗਾ ਤਾਂ ਸੁਬਹ ਹੋ ਜਾਏਗੀ। ਅਖਤਰ ਚੰਨ ਵੱਲ ਵੇਖਣ ਲੱਗ ਪਿਆ। ਇਹ ਚੰਨ ਜੋ ਇੱਥੇ ਚਮਕਦਾ ਪਿਆ ਨਾ, ਇਹ ਉੱਥੇ ਵੀ ਇੰਝ ਹੀ ਚਮਕ ਰਿਹਾ ਹੋਏਗਾ, ਤੇਰੀ ਅੰਮਾਂ ਦੇ ਦੇਸ ਵਿੱਚ। ਹੁਣ ਅਖਤਰ ਨੇ ਝੁੱਕ ਕੇ ਪਰਮੇਸ਼ਰ ਦਾ ਮੂੰਹ ਤੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਚੰਨ ਸਾਡੇ ਸਿਰ ਤੇ ਆਏਗਾ ਤੇ ਉੱਥੇ ਤੇਰੀ ਅੰਮਾਂ ਦੇ ਸਿਰ ਉੱਤੇ ਵੀ ਹੋਏਗਾ। ਅਖਤਰ ਨੇ ਪੁੱਛਿਆ, ਅਸੀਂ ਚੰਨ ਵੇਖ ਰਹੇ ਹਾਂ, ਕਿ ਅੰਮਾਂ ਵੀ ਇੰਝ ਹੀ ਚੰਨ ਵੇਖ ਰਹੀ ਹੋਏਗੀ? ਹਾਂ, ਚੱਲੋਗੇ ਅੰਮਾਂ ਦੇ ਕੋਲ? ਪਰਮੇਸ਼ਰ ਦੀ ਆਵਾਜ਼ 'ਚ ਗੂੰਜ ਸੀ। ਹਾਂ, ਪਰ ਤੁਸੀਂ ਲੈ ਕੇ ਤਾਂ ਜਾਂਦੇ ਨਹੀਂ, ਤੁਸੀਂ ਬਹੁਤ ਭੈੜੇ ਹੋ, ਤੁਸੀਂ ਸਿੱਖ ਹੋ। ਨਹੀਂ ਬੇਟੇ, ਅੱਜ ਤੈਨੂੰ ਜ਼ਰੂਰ ਲੈ ਕੇ ਜਾਵਾਂਗਾ। ਤੇਰੀ ਅੰਮਾਂ ਦੀ ਚਿੱਠੀ ਆਈ ਏ, ਉਹ ਕਹਿੰਦੀ ਏ ਮੈਨੂੰ ਅਖਤਰ ਪੁੱਤਰ ਬਹੁਤ ਯਾਦ ਆਉਂਦਾ। ਮੈਂ ਵੀ ਤਾਂ ਬਹੁਤ ਉਦਾਸ ਹਾਂ। ਅਖਤਰ ਨੂੰ ਜਿਵੇਂ ਕੁਝ ਭੁੱਲਿਆ ਹੋਇਆ ਚੇਤੇ ਆ ਗਿਆ ਹੋਵੇ। ਮੈਂ ਤੈਨੂੰ ਤੇਰੀ ਅੰਮਾਂ ਦੇ ਕੋਲ ਹੀ ਤੇ ਲੈ ਕੇ ਜਾ ਰਿਹਾ। ਸੱਚ? ਅਖਤਰ ਮੋਢਿਆਂ ਤੇ ਬੈਠਾ ਟੱਪਣ ਲੱਗ ਪਿਆ ਤੇ ਜ਼ੋਰ-ਜ਼ੋਰ ਨਾਲ ਆਖਣ ਲੱਗਾ, ਅਸੀਂ ਅੰਮਾਂ ਕੋਲ ਜਾ ਰਹੇ ਹਾਂ, ਪਰਮੂ ਸਾਨੂੰ ਅੰਮਾਂ ਕੋਲ ਲੈ ਜਾਏਗਾ, ਉੱਥੇ ਅਸੀਂ ਪਰਮੂ ਨੂੰ ਚਿੱਠੀ ਲਿਖਾਂਗੇ। ਪਰਮੇਸ਼ਰ ਚੁੱਪ-ਚਾਪ ਰੋਈ ਜਾ ਰਿਹਾ ਸੀ। ਅਥਰੂ ਪੂੰਝ ਗਲਾ ਸਾਫ਼ ਕਰ ਉਸ ਅਖਤਰ ਨੂੰ ਪੁੱਛਿਆ, ਗੀਤ ਸੁਣੇਗਾ? ਹਾਂ, ਪਹਿਲਾਂ ਤੂੰ ਕੁਰਾਨ ਸੁਣਾ। ਅੱਛਾ। ਤੇ ਅਖਤਰ ਕੁਲ ਹੂ ਅੱਲਾ ਅਹਿਦ ਪੜ੍ਹਨ ਲੱਗ ਪਿਆ। ਕਫੂ ਅਲ ਅਹਿਦ ਤੇ ਪੁੱਜ ਉਸ ਆਪਣੀ ਛਾਤੀ ਤੇ ਛੂਹ ਕੀਤੀ ਤੇ ਕਿਹਾ, ਲਿਆਓ ਤੁਹਾਡੇ ਸੀਨੇ ਤੇ ਵੀ ਛੂਹ ਕਰਦੇ ਆ। ਪਰਮੇਸ਼ਰ ਸਿੰਘ ਨੇ ਰੁਕ ਕੇ ਕੁੜਤੇ ਦਾ ਬੀੜਾ ਖੋਲ੍ਹਿਆ ਤੇ ਧੌਣ ਉਤਾਂਹ ਚੁੱਕ ਲਈ। ਮੁੰਡੇ ਨੇ ਹੇਠਾਂ ਝੁੱਕ ਕੇ ਉਹਦੀ ਛਾਤੀ ਤੇ ਛੂਹ ਕੀਤੀ ਤੇ ਆਖਿਆ, ਹੁਣ ਤੁਸੀਂ ਸੁਣਾਓ। ਪਰਮੇਸ਼ਰ ਨੇ ਅਖਤਰ ਨੂੰ ਦੂਜੇ ਮੋਢੇ ਤੇ ਬਿਠਾਇਆ ਤੇ ਬੱਚਿਆਂ ਦਾ ਕੋਈ ਗੀਤ ਯਾਦ ਕਰਨ ਲੱਗਾ। ਗੀਤ ਗਾਉਣਾ ਸ਼ੁਰੂ ਕੀਤਾ। ਤੇਜ਼-ਤੇਜ਼ ਉਲਾਂਘਾ ਪੁੱਟਣ ਲੱਗ ਪਿਆ। ਬੰਤੋ ਦਾ ਸਿਰ ਬਣ ਵਰਗਾ ਜੇ, ਬੰਤੋ ਦਾ ਮੂੰਹ ਚੰਨ ਵਰਗਾ ਜੇ, ਬੰਤੋ ਦਾ ਲੱਕ ਚਿੱਤਰਾ ਜੇ, ਲੋਕੋ ਬੰਤੋ ਦਾ ਲੱਕ ਚਿੱਤਰਾ। ਬੰਤੋ ਕੌਣ ਹੈ? ਮੁੰਡੇ ਨੇ ਟੋਕਿਆ। ਪਰਮੇਸ਼ਰ ਹੱਸਿਆ ਤੇ ਥੋੜੇ ਵਕਫੇ ਬਾਅਦ ਆਖਿਆ, ਮੇਰੇ ਵਹੁਟੀ ਹੈ ਨਾ,
ਅਮਰ ਦੀ ਮਾਂ, ਉਹਦਾ ਨਾਂ ਹੈ ਬੰਤੋ। ਅਮਰ ਦਾ ਨਾਂ ਵੀ ਬੰਤੋ, ਤੇਰੀ ਅੰਮਾ ਦਾ ਨਾਂ ਵੀ ਬੰਤੋ ਹੀ ਹੋਏਗਾ। ਕਿਉਂ? ਉਹ ਕੋਈ ਸਿੱਖ ਥੋੜਾ ਹੈ। ਪਰਮੇਸ਼ਰ ਖਾਮੋਸ਼ ਹੋ ਗਿਆ। ਚੰਨ ਬਹੁਤ ਉੱਚਾ ਹੋ ਗਿਆ ਸੀ। ਰਾਤ ਦੀ ਖਾਮੋਸ਼ੀ 'ਚ ਕਦੀ ਕਦੀ ਕਮਾਦ ਦਿਆਂ ਖੇਤਾਂ ਦੇ ਆਲੇ ਦੁਆਲੇ ਗਿੱਦੜ ਰੋਂਦੇ, ਫਿਰ ਸਨਾਟਾ ਛਾ ਜਾਂਦਾ। ਅਖਤਰ ਪਹਿਲਾਂ ਤਾਂ ਗਿੱਦੜਾਂ ਦੀਆਂ ਹੁਆਂਕਾਂ ਤੋਂ ਡਰਿਆ, ਪਰ ਫਿਰ ਚੁੱਪ ਕਰ ਗਿਆ। ਫਿਰ ਪੁੱਛਣ ਲੱਗਾ, ਹੁਣ ਕਿਉਂ ਨਹੀਂ ਰੋਂਦੇ ਗਿੱਦੜ? ਪਰਮੇਸ਼ਰ ਹੱਸ ਪਿਆ ਤੇ ਉਹਨੂੰ ਇੱਕ ਕਹਾਣੀ ਯਾਦ ਆ ਗਈ। ਇਹ ਗੁਰੂ ਗੋਬਿੰਦ ਸਿੰਘ ਦੀ ਕਹਾਣੀ ਸੀ, ਪਰ ਉਹਨੇ ਬੜੇ ਸਲੀਕੇ ਨਾਲ ਸਿੱਖ ਨਾਵਾਂ ਨੂੰ ਮੁਸਲਮਾਨ ਨਾਵਾਂ 'ਚ ਬਦਲ ਦਿੱਤਾ ਤੇ ਅਖਤਰ ਫੇਰ ਦੀ ਰੱਟ ਲਾਉਂਦਾ ਰਿਹਾ। ਕਹਾਣੀ ਅਜੇ ਚਾਲੂ ਸੀ ਜਦ ਮੁੰਡਾ ਇੱਕਦਮ ਬੋਲਿਆ, ਉਹ ਚੰਨ ਤੇ ਸਿਰ ਤੇ ਆ ਗਿਆ। ਪਰਮੇਸ਼ਰ ਨੇ ਰੁੱਕ ਕੇ ਉੱਪਰ ਤੱਕਿਆ, ਫਿਰ ਉਹ ਨੇੜੇ ਟਿੱਬੇ ਤੇ ਚੜ੍ਹ ਦੂਰ ਦੇਖਣ ਲੱਗ ਪਿਆ। ਤੇਰੀ ਅੰਮਾ ਦਾ ਦੇਸ ਪਤਾ ਨਹੀਂ ਕਿੱਧਰ ਚਲਾ ਗਿਆ। ਉਹ ਅਜੇ ਉੱਥੇ ਹੀ ਖੜਾ ਸੀ ਕਿ ਦੂਰੋਂ ਕਿਧਰੋਂ ਬਾਂਗ ਦੀ ਆਵਾਜ਼ ਆਉਣ ਲੱਗੀ। ਅਖਤਰ ਇੰਜ ਭੁੜਕਿਆ ਕਿ ਬੜੀ ਮੁਸ਼ਕਲ ਨਾਲ ਸੰਭਲਿਆ। ਮੁੰਡੇ ਨੂੰ ਮੋਢੇ ਤੋਂ ਲਾ ਪਰਮੇਸ਼ਰ ਭੁੰਜੇ ਪੈ ਗਿਆ। ਅਖਤਰ ਨੇ ਮੋਢਿਆਂ ਤੇ ਹੱਥ ਰੱਖ ਆਖਣ ਲੱਗਾ, ਜਾ ਪੁੱਤਰ, ਤੈਨੂੰ ਤੇਰੀ ਅੰਮਾ ਨੇ ਬੁਲਾਇਆ, ਬਸ ਤੂੰ ਇਸ ਆਵਾਜ਼ ਦੀ ਸੇਧ ਵਿੱਚ। ਅਖਤਰ ਨੇ ਆਪਣੇ ਬੁੱਲਾਂ ਤੇ ਉਂਗਲੀ ਰੱਖ ਲਈ। ਬਹੁਤ ਹੌਲੀ ਪਰਮੇਸ਼ਰ ਦੇ ਕੰਨ 'ਚ ਕਿਹਾ, ਬਾਂਗ ਦੇ ਵੇਲੇ ਨਹੀਂ ਬੋਲੀਦਾ, ਪਰ ਮੈਂ ਤਾਂ ਸਿੱਖ ਹਾਂ ਪੁੱਤਰ। ਇਸ ਵਾਰ ਅਖਤਰ ਨੇ ਘੂਰਦੇ ਹੋਏ ਕਿਹਾ। ਪਰਮੇਸ਼ਰ ਨੇ ਉਹਨੂੰ ਆਪਣੀ ਗੋਦੀ 'ਚ ਬਿਠਾਇਆ, ਮੱਥੇ ਨੂੰ ਚੁੰਮਿਆ, ਪਿਆਰ ਦਿੱਤਾ। ਬਾਂਗ ਖਤਮ ਹੋਣ ਮਗਰੋਂ ਕਮੀਜ਼ ਦੀ ਬਾਂਹ ਨਾਲ ਅੱਖਾਂ ਪੂੰਝ ਕੇ ਰੋਣ ਹਾਕੀ ਆਵਾਜ਼ 'ਚ ਕਿਹਾ, ਹਮਦ ਦੌਰਾਨ ਨੂੰ ਮੈਂ ਇਸ ਲੀਕ ਤੋਂ ਅੱਗੇ ਨਹੀਂ ਜਾਵਾਂਗਾ, ਬਸ ਤੂੰ। ਕਿਉਂ ਨਹੀਂ ਜਾਓਗੇ? ਤੇਰੀ ਅੰਮਾ ਨੇ ਚਿੱਠੀ 'ਚ ਲਿਖਿਆ ਹੈ ਕਿ ਅਖਤਰ ਇਕੱਲਾ ਹੀ ਆਵੇ। ਉਹਨੇ ਅਖਤਰ ਨੂੰ ਰਾਜ਼ੀ ਕਰ ਲਿਆ। ਬਸ ਤੂੰ ਸਿੱਧਾ ਚਲਾ ਜਾ, ਸਾਹਮਣੇ ਇੱਕ ਪਿੰਡ ਆਏਗਾ, ਉੱਥੇ ਜਾ ਕੇ ਆਪਣਾ ਨਾਂ ਦੱਸਣਾ। ਕਰਤਾਰਾ ਨਹੀਂ ਅਖਤਰ, ਫਿਰ ਆਪਣੀ ਅੰਮਾ ਦਾ ਨਾਂ ਦੱਸਣਾ, ਆਪਣੇ ਪਿੰਡ ਦਾ। ਦੇਖ, ਮੈਨੂੰ ਚਿੱਠੀ ਲਿਖਣੀ ਨਾ ਭੁੱਲਣਾ। ਲਿਖਾਂਗਾ, ਮੁੰਡੇ ਨੇ ਵਾਅਦਾ ਕੀਤਾ। ਹਾਂ, ਜੇ ਤੈਨੂੰ ਕਰਤਾਰਾ ਨਾਂ ਦਾ ਕੋਈ ਮੁੰਡਾ ਮਿਲੇ ਤਾਂ ਉਹਨੂੰ ਇੱਧਰ ਭੇਜ ਦੇਣਾ। ਅੱਛਾ। ਪਰਮੇਸ਼ਰ ਇੱਕ ਵਾਰੀ ਫਿਰ ਅਖਤਰ ਨੂੰ ਲਾਡ ਕੀਤਾ ਤੇ ਫਿਰ ਮੱਥਾ ਚੁੰਮਿਆ, ਜਿਵੇਂ ਕੁਝ ਅੰਦਰ ਲੰਘਾਉਂਦਾ ਬੋਲਿਆ, ਜਾਓ। ਅਖਤਰ ਕੁਝ ਕਦਮ ਚੱਲ ਕੇ ਪਰਤ ਆਇਆ। ਤੁਸੀਂ ਵੀ ਚਲੋ ਨਾ। ਨਹੀਂ ਪੁੱਤਰ, ਤੇਰੀ ਅੰਮਾ ਨੇ ਚਿੱਠੀ 'ਚ ਇਹ ਨਹੀਂ ਸੀ ਲਿਖਿਆ, ਮੈਨੂੰ ਡਰ ਲੱਗਦਾ ਹੈ। ਕੁਰਾਨ ਕਿਉਂ ਨਹੀਂ ਪੜ੍ਹਦਾ? ਪਰਮੇਸ਼ਰ ਨੇ ਸਲਾਹ ਦਿੱਤੀ। ਅੱਛਾ। ਗੱਲ ਮੁੰਡੇ ਦੇ ਸਮਝ 'ਚ ਆ ਗਈ ਤੇ ਉਹ ਕੁੱਲ ਹੂ ਅੱਲਾ ਦਾ ਵਿਰਦ ਕਰਦਾ ਹੋਇਆ ਟੁਰਨ ਲੱਗਾ। ਨਿੰਮੀ ਪੌ ਫੁਟਾਲੇ ਦੀ ਰੌਸ਼ਨੀ ਦੁਮੇਲ ਦੇ ਦਾਇਰੇ ਤੇ ਹਨੇਰੇ ਨਾਲ ਲੜ ਰਹੀ ਸੀ। ਨਿੱਕਾ ਜਿਹਾ ਅਖਤਰ ਦੂਰ ਧੁੰਦਲੀ ਪਗਡੰਡੀ ਉੱਤੇ ਨੰਗ ਧੜੰਗੇ ਸਿੱਖ ਜਵਾਨ ਵਾਂਗੂ ਬੜੀ ਤੇਜ਼ੀ ਨਾਲ ਅੱਗੇ ਵੱਧਦਾ ਜਾ ਰਿਹਾ ਸੀ। ਪਰਮੇਸ਼ਰ ਉਸ ਉੱਤੇ ਆਪਣੀ ਨਜ਼ਰਾਂ ਜਮਾਈ ਟਿੱਬੇ ਤੇ ਬੈਠਾ ਰਿਹਾ ਜਦ ਤੀਕਰ ਅਖਤਰ ਦਾ ਪਰਛਾਵਾਂ ਫਿਜ਼ਾ ਦਾ ਹਿੱਸਾ ਬਣ ਕੇ ਅੱਖੋਂ ਓਹਲੇ ਨਾ ਹੋ ਗਿਆ। ਅਖਤਰ ਅਜੇ ਪਿੰਡ ਕੋਲ ਪੁੱਜਿਆ ਵੀ ਨਹੀਂ ਸੀ ਕਿ ਦੋ ਸਿਪਾਹੀਆਂ ਨੂੰ ਰੋਕ ਲਿਆ ਤੇ ਪੁੱਛਿਆ, ਕੌਣ ਹੈ ਤੂੰ? ਅਖਤਰ। ਉਹ ਇੰਜ ਬੋਲਿਆ ਜਿਵੇਂ ਕੁੱਲ ਦੁਨੀਆ ਉਹਦਾ ਨਾਂ ਜਾਣਦੀ ਹੋਵੇ। ਅਖਤਰ? ਦੋਵੇਂ ਸਿਪਾਹੀ ਕਦੇ ਅਖਤਰ ਦੇ ਚਿਹਰੇ ਨੂੰ ਵੇਖਦੇ ਤੇ ਕਦੀ ਉਹਦੀ ਸਿੱਖਾਂ ਵਰਗੀ ਪਗੜੀ ਨੂੰ। ਫਿਰ ਇੱਕ ਨੇ ਅੱਗੇ ਵੱਧ ਕੇ ਉਹਦੀ ਪਗੜੀ ਝਟਕ ਕੇ ਲਾ ਦਿੱਤੀ। ਉਹਦੇ ਕੇਸ ਖੁੱਲ ਕੇ ਇੱਧਰ ਉੱਧਰ ਖਿਲਰ ਗਏ। ਅਖਤਰ ਨੇ ਆਪਣੀ ਪਗੜੀ ਖੋਹ ਲਈ ਤੇ ਸਿਰ ਨੂੰ ਇੱਕ ਹੱਥ ਨਾਲ ਢੂੰਡਦੇ ਹੋਏ ਧਰਤੀ ਤੇ ਲੰਮਾ ਪੈ ਗਿਆ ਤੇ ਜ਼ੋਰ ਨਾਲ ਰੋਂਦਿਆਂ ਆਖਿਆ, ਮੇਰਾ ਕੰਘਾ ਦਿਓ, ਤੁਸੀਂ ਮੇਰਾ ਕੰਘਾ ਚੁੱਕ ਲਿਆ, ਦੇ ਦਿਓ ਨਹੀਂ ਤੇ ਮੈਂ ਤੁਹਾਨੂੰ ਮਾਰਾਂਗਾ। ਇੱਕਦਮ ਦੋਨੋਂ ਸਿਪਾਹੀ ਧਰਤੀ ਉੱਤੇ ਧੜਮ ਕਰਕੇ ਡਿੱਗੇ ਤੇ ਰਾਈਫਲਾਂ ਮੋਢਿਆਂ ਨਾਲ ਲਾ ਕੇ ਜਿਵੇਂ ਨਿਸ਼ਾਨਾ ਬੰਨਣ ਲੱਗੇ। ਹਾਲਟ, ਇੱਕ ਬੋਲਿਆ ਤੇ ਜਵਾਬ ਦਾ ਇੰਤਜ਼ਾਰ ਕਰਨ ਲੱਗਾ। ਵੱਧਦੇ ਹੋਏ ਉਜਾਲੇ 'ਚ ਇੱਕ ਦੂਜੇ ਵੱਲ ਤੱਕਿਆ ਤੇ ਇੱਕ ਨੇ ਫਾਇਰ ਕਰ ਦਿੱਤਾ। ਅਖਤਰ ਫਾਇਰ ਦੀ ਆਵਾਜ਼ ਨਾਲ ਦਹਿਲ ਗਿਆ ਤੇ ਸਿਪਾਹੀਆਂ ਨੂੰ ਇੱਕ ਪਾਸੇ ਭੱਜਦਾ ਵੇਖ ਕੇ ਉਹ ਵੀ ਚੀਕਾਂ ਮਾਰਦਾ ਉਹਨਾਂ ਪਿੱਛੇ ਭੱਜ ਖਲੋਤਾ। ਸਿਪਾਹੀ ਜਦ ਇੱਕ ਜਗ੍ਹਾ ਰੁਕੇ ਤਾਂ ਪਰਮੇਸ਼ਰ ਸਿੰਘ ਆਪਣੇ ਪੱਟ ਉੱਤੇ ਕੱਸ ਕੇ ਪਗੜੀ ਬੰਨ੍ਹ ਚੁੱਕਾ ਸੀ, ਪਰ ਖੂਨ ਉਹਦੀ ਪਗੜੀ ਦੀਆਂ ਸੈਂਕੜੇ ਪਰਤਾਂ ਵਿੱਚੋਂ ਵੀ ਫੁੱਟ ਆਇਆ ਸੀ ਤੇ ਉਹ ਕਹਿ ਰਿਹਾ ਸੀ, ਤੁਸੀਂ ਮੈਨੂੰ ਕਿਉਂ ਮਾਰਿਆ? ਮੈਂ ਤਾਂ ਅਖਤਰ ਦੇ ਕੇਸ ਕਟਾਣੇ ਭੁੱਲ ਗਿਆ ਸਾਂ। ਮੈਂ ਤਾਂ ਅਖਤਰ ਨੂੰ ਉਹਦਾ ਮਜ਼ਹਬ ਵਾਪਸ ਦੇਣ ਆਇਆ ਸਾਂ। ਯਾਰੋ, ਦੂਰੋਂ ਅਖਤਰ ਭੱਜਿਆ ਰਿਹਾ ਸੀ ਤੇ ਉਹਦੇ ਕੇਸ ਹਵਾ 'ਚ ਲਹਿਰਾ ਰਹੇ ਸਨ। ਧੰਨ